ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ। ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਿ ਗੋਬਿੰਦ। ਹਰੀ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ। जिसमें है अमृत ज्ञान है माणक भगत वैराग। श्री गुरु ग्रंथ साहिब उद्धत बंदों कर अनुराग। श्री गुर शब्द कमाए जन जीते पंच विकार। इन संतन को बंदना सिर चरणन पर तार। खालसो होवे खुद खुदा जिम खूबी खूब खुदाए। आन न माने आन की एक सच्चे बिन पातशाही। एक हरि दास रूप गुर ग्रंथ पंथ को बंद। ग्रंथ पंथ प्रकाश जह अब बरनो सुख कंद। ग्रंथ पंथ प्रकाश जह अब बरनो सुख कंद। वाहिगुरु जी का खालसा वाहिगुरु जी की फतेह। गरीब नवाज चबर तखत दे मालक जुगो जुग अटल। धन धन श्री गुरु ग्रंथ साहिब सच्चे पातशाह जी। सतगुरु जी की अति अपार कृपा रहमत हुई है। गुरु महाराज जी ने सत संगत दियां घड़ियां बख्शियां हन। शाम दा समा जो इतिहास दी कथा दा समा है। श्री गुरु पंथ प्रकाश दी जो कथा कृत ज्ञानी ज्ञान सिंह जी पूर्वार्ध भाग दे विच आपां 6वें अध्याय तक कल जो कथा है वो सरवण कीती है कि गरीब नवाज पातशाह जी कुरुक्षेत्र उपदेश देण उपरंत फिर महाराज जी इथों चलते हुए पिहोवे तो अगे सतगुरु महाराज आगरे आगरे दे उपरंत गरीब नवाज पातशाह कंशी दे विच पहुंचे है, जिथे सतगुरु सच्चे पातशाह महाराज जी ने पंडितां दे नाल विचार चर्चा उपरंत उन्हां नूं उपदेश दिता है। इस तरह सतगुरु सच्चे पातशाह महाराज जी कांसी तो चल करके ससराम नगर बिहार दे विच गरीब नवाज पातशाह महाराज पहुंचे ने। सतगुरु सच्चे पातशाह जी ने उत्थे की अगे उपदेश दिता। आओ प्यार और सत्कार दे नाल अगे कथा सरवण करिए जी। सतनाम श्री वाहिगुरु साहिब जी।
ਦੋਹਰਾ ਰਬ ਸਮ ਔਰ ਤਮ ਤੋਮ ਹਰ ਸੁਧਾ ਸੋਮ ਸਮ ਡਾਰ। ਆਰੰਭਤਾ ਦੇ ਵਿੱਚ ਮੰਗਲ ਕਰਦੇ ਨੇ ਰਬ ਸਮ ਔਰ ਤਮ ਤੋਮ ਹਰ, ਕਿ ਜੋ ਗਰੀਬ ਨਵਾਜ ਗੁਰੂ ਅਰਜਨ ਦੇਵ ਪਾਤਸ਼ਾਹ ਹਨ, ਪੰਜਵੇਂ ਗੁਰਦੇਵ ਦਾ ਇੱਥੇ ਮੰਗਲ ਹੈ। ਸੂਰਜ ਵਾਂਗੂ ਸਤਿਗੁਰੂ ਪਾਤਸ਼ਾਹ ਜੀ ਜਿਵੇਂ ਸੂਰਜ ਹਨੇਰੇ ਨੂੰ ਦੂਰ ਕਰਦਾ ਹੈ, ਮਹਾਰਾਜ ਗੁਰੂ ਅਰਜਨ ਦੇਵ ਜੀ ਸਾਡੇ ਹਿਰਦੇ ਦੇ ਸਾਰੇ ਹਨੇਰੇ ਨੂੰ ਦੂਰ ਕਰ ਨਾਸ਼ ਕਰਨ ਵਾਲੇ ਸੁਧਾ ਸੋਮ ਸਮਡਾਰ, ਔਰ ਚੰਦਰਮਾ ਵਾਂਗੂ ਅੰਮ੍ਰਿਤ ਬਰਸਾਉਣ ਵਾਲੇ ਗੁਰੂ ਮਹਾਰਾਜ ਜੀ ਚਿਤ ਚਿੰਤਾ ਹਰ ਚਿੰਤ ਮਨ ਸੁਰ ਤਰ ਕਾਮ ਸੁਧਾਰ। ਫਿਰ ਜਿਹੜੀ ਚਿੱਤ ਦੀ ਚਿੰਤਾ ਹੈ ਉਹ ਚਿੰਤਾ ਬਣੀ ਦੇ ਵਾਂਗੂ ਗਰੀਬ ਨਵਾਜ ਮਹਾਰਾਜ ਮੇਟਣ ਵਾਲੇ ਹਨ। ਸੁਰ ਤਰ ਕਾਮ ਸੁਧਾਰ, ਜਿਵੇਂ ਕਲਪ ਬਿਰਸ਼ ਮਨ ਭਾਵਨਾ ਪੂਰੀਆਂ ਕਰਦਾ ਹੈ, ਇਸੇ ਤਰ੍ਹਾਂ ਭਾਈ ਸਿੱਖ ਦੀਆਂ ਮਨੋ ਕਾਮਨਾ ਪੂਰੀਆਂ ਕਰਨ ਵਾਲੇ ਕਲਪ ਬਿਰਸ਼ ਵਾਂਗ ਹਨ। ਪੋਤ ਪਵਿੱਤਰ ਪਕਰ ਪਗ ਪਰੇ ਪਤਤ ਪੁੰਜ ਪਾਰ। ਐਸੇ ਸਤਿਗੁਰੂ ਜਿਨ੍ਹਾਂ ਦੇ ਪੋਤ ਪਵਿੱਤਰ ਪਕਰ ਪਗ, ਪਵਿੱਤਰ ਚਰਨਾਂ ਰੂਪੀ ਜਿਵੇਂ ਜਹਾਜ਼ ਹੀ ਹੈ ਗੁਰੂ ਦੇ ਚਰਨ, ਉਹਨਾਂ ਨੂੰ ਫੜ ਕਰਕੇ ਪਰੇ ਪਤਤ ਪੁੰਜ ਪਾਰ। ਬੇਅੰਤ ਜਿਹੜੇ ਪਾਪੀ ਨੇ ਸੰਸਾਰ ਸਮੁੰਦਰ ਤੋਂ ਪਾਰ ਹੋ ਗਏ। ਅਸ ਅਰਜਨ ਗੁਰ ਅਰਜਨੰ ਅਰਜਨ ਕਰੋ ਜੁਹਾਰ। ਐਸੇ ਜਿਹੜੇ ਅਸ ਅਰਜਨ ਗੁਰ ਅਰਜਨੰ ਉਜਲ ਸਰੂਪ ਵਾਲੇ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ, ਅਰਜਨ ਕਰੋ ਜੁਹਾਰ। ਅਰਜਨ ਅਰ ਤੇ ਜਨ, ਅਰਜਨ ਅਰਜ ਕਰਨੀ, ਅਰਜਨ ਬਹੁਤੀਆਂ ਬੇਨਤੀਆਂ। ਤਿੰਨ ਵਾਰੀ ਇੱਥੇ ਗਿਆਨੀ ਗਿਆਨ ਸਿੰਘ ਜੀ ਨੇ ਅਰਜਨ ਸ਼ਬਦ ਲਿਖਿਆ। ਇੱਕ ਤਾਂ ਅਸ ਅਰਜਨ ਗੁਰ, ਐਸੇ ਗੁਰੂ ਅਰਜਨ ਦੇਵ ਜੀ ਅਰਜਨੰ ਜੋ ਉਜਲ ਸਰੂਪ ਵਾਲੇ ਹਨ, ਜਾਂ ਐਸੇ ਅਸ ਅਰਜਨ ਗੁਰ ਅਰਜਨੰ ਐਸੇ ਉਜਲ ਸਰੂਪ ਵਾਲੇ ਗੁਰੂ ਅਰਜਨ ਦੇਵ ਜੀ ਅਰਜਨ ਕਰੋ ਜਹਾਨ। ਉਹਨਾਂ ਦੇ ਅੱਗੇ ਮੈਂ ਬੇਨਤੀ ਸਹਿਤ ਜੁਹਾਰ ਕੀ ਨਮਸਕਾਰ ਕਰਦਾ ਹਾਂ, ਗੁਰੂ ਮਹਾਰਾਜ ਦੀ ਅੱਗੇ ਬੇਨਤੀਆਂ ਕਰਦਾ। ਕਬਿਤ ਪੂਰ ਜਾਤੋ ਪਾਪ ਤੀਨ ਤਾਪ ਕੋ ਸੰਤਾਪ ਸਾਂਪ। ਇਹ ਸੰਸਾਰ ਦੇ ਪਾਪਾਂ ਤੇ ਤਿੰਨ ਤਾਪ ਜਿਹੜੇ ਆਦਿ ਵਿਆਧੀ ਉਪਾਧੀ ਹੈ, ਇਹ ਸੰਸਾਰ ਪਾਪਾਂ ਤੇ ਤਾਪਾਂ ਤੇ ਦੁਖਦਾਈ ਸੱਪਾਂ ਨਾਲ ਭਰ ਜਾਂਦਾ। ਪੂਰ ਜਾਤੋ ਪਾਪ ਤੀਨ ਤਾਪ ਕੋ ਸੰਤਾਪ ਸਾਂਪ। ਇਹ ਜਗਤ ਜਿਹੜਾ ਹੈ, ਗਿਆਨੀ ਗਿਆਨ ਸਿੰਘ ਜੀ ਕਵਿਤ ਵਿੱਚ ਕਹਿੰਦੇ ਨੇ, ਮੰਗਲ ਹੀ ਕਰਦੇ ਆ ਇੱਥੇ, ਕਿ ਸੰਸਾਰ ਪਾਪਾਂ ਨਾਲ ਭਰ ਜਾਂਦਾ। ਪੂਰ ਜਾਤੋ ਪਾਪ ਤੀਨ ਤਾਪ, ਤਿੰਨ ਤਾਪਾਂ ਨਾਲ, ਸੰਤਾਪ ਸਾਂਪ, ਸੰਤਾਪ ਦੁੱਖ ਰੂਪੀ ਸੱਪਾਂ ਨਾਲ ਭਰ ਜਾਂਦਾ। ਜਾਪ ਤਾਪ ਧਰਮ ਨੇਮ ਪ੍ਰੇਮ ਨਰ ਹਾਵਤੇ। ਤੇ ਜਿੰਨੇ ਵੀ ਭਾਈ ਲੋਕ ਨੇ ਜਾਪ ਤਪ ਧਰਮ ਨੇਮ ਔਰ ਪ੍ਰੇਮ ਨਰ ਹਾਵਤੇ, ਇਹ ਤੋਂ ਦੁਨੀਆ ਦੂਰ ਹੋ ਜਾਂਦੀ। ਭਗਤੀ ਭਗਵੰਤ ਸੰਤ ਸੇਵਾ ਬਿਰਤੰਤ ਛੋੜ। ਤੇ ਸੰਸਾਰ ਭਗਤੀ ਭਗਵੰਤ ਦੀ ਛੱਡ ਕਰਕੇ, ਭਗਤੀ ਭਾਵ ਛੱਡ, ਸੰਤ ਜਿਹੜੇ ਨੇ ਭਗਵੰਤ ਦੀ ਭਗਤੀ ਛੱਡ ਕੇ, ਜਾਂ ਸੰਤ ਸੇਵਾ, ਦੁਨੀਆ ਸੰਤਾਂ ਦੀ ਸੇਵਾ ਇਤਿਆਦਿਕ ਨੂੰ ਛੱਡ ਦਿੰਦੀ। ਜੰਤ ਬਹਿ ਜਾਤੇ ਭਾਵ ਅੰਤ ਹੂ ਨਾ ਭਾਵਤੇ। ਜਿਹੜੇ ਜੰਤ ਨੇ ਉਹ ਭੌਜਲ ਦੇ ਵਿੱਚ ਸੰਸਾਰ ਵਿੱਚ ਬਹਿ ਜਾਂਦੇ,
ਭਾਵ ਡੁੱਬ ਜਾਂਦੇ, ਅੰਤ ਹੂ ਨਾ ਪਾਵ ਤੇ ਕੋਈ ਅੰਤ ਨਹੀਂ ਸੀ ਲੱਭਣਾ। ਜੀਵ ਸੰਸਾਰ ਸਮੁੰਦਰ ਵਿੱਚ ਰੁੜ ਜਾਂਦਾ। ਸਤ ਸੀਲ ਸੰਜਮ ਸੁਕ੍ਰਿਤ ਸਮ ਦਮ ਆਦ। ਫਿਰ ਭਾਈ ਸਤ ਸੀਲ ਚੰਗਾ ਸੁਭਾਉ, ਸੰਜਮ, ਸੁਕ੍ਰਿਤ ਸ੍ਰੇਸ਼ਟ ਕ੍ਰਿਤ, ਸਮਦਮ ਮਨ ਨੂੰ ਰੋਕਣਾ, ਇੰਦਰੀਆਂ ਨੂੰ ਰੋਕਣ ਇਤਿਆਦਿਕ। ਗਿਆਨ ਸਿੰਘ ਗਿਆਨ ਔਵਰਾਗ ਨਾ ਦਰਸਾਵਤੇ। ਗਿਆਨੀ ਗਿਆਨ ਸਿੰਘ ਜੀ ਕਹਿੰਦੇ ਇੱਥੇ ਗਿਆਨ ਤੇ ਵਿਰਾਗ ਇਤਿਆਦਿਕ ਭਾਵ ਇਹੋ ਜਿਹਾ ਕੁਝ ਕਿਤੇ ਵੀ ਦਿਸਣਾ ਨਹੀਂ ਸੀ। ਦੇਖੀਏ ਉਜਾਗਰ ਭਵ ਸਾਗਰ ਜਨ ਧਾਰ ਬੇਕੋ। ਦੇਖੀਏ ਉਜਾਗਰ ਪ੍ਰਗਟ ਤੌਰ ਤੇ ਦੇਖੋ ਭਾਈ ਇਹ ਭਵ ਜਾਂ ਸਾਗਰ, ਇਸ ਭੌਜਲ ਤੋਂ ਸੰਸਾਰ ਨੂੰ ਲੋਕਾਂ ਨੂੰ ਤਾਰਨ ਵਾਸਤੇ ਪੰਚਮ ਗੁਰੂ ਜੋ ਗੁਰੂ ਗ੍ਰੰਥ ਨਾ ਬਨਾਵਤੇ। ਅਗਰ ਪੰਜਵੇਂ ਗੁਰੂ ਅਰਜਨ ਦੇਵ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪਾਵਨ ਸਰੂਪ ਬਾਣੀ ਗ੍ਰੰਥ ਨਾ ਬਣਾਉਂਦੇ। ਇਹਨੂੰ ਹੁਣ ਆਪਾਂ ਅਨਵੇ ਕਰਕੇ ਜਾਣ ਲੈਣਾ ਕਿ ਅਗਰ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਰੂਪ ਨਾ ਬਣਾਉਂਦੇ ਤਾਂ ਪੂਰ ਜਾਤੋ ਪਾਪ, ਸੰਸਾਰ ਪਾਪਾਂ ਨਾਲ, ਤਿੰਨੇ ਤਾਪਾਂ ਤੇ ਸੰਤਾਪ ਦੁੱਖ ਰੂਪੀ ਸੱਪਾਂ ਨਾਲ ਭਰ ਜਾਣਾ ਸੀ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਰੂਪ ਪੰਜਵੇਂ ਪਾਤਸ਼ਾਹ ਨਾ ਬਣਾਉਂਦੇ, ਜਾਪ ਤਾਪ ਧਰਮ ਨੇਮ ਪ੍ਰੇਮ ਨਰ ਹਾਵਤੇ। ਜਿਹੜੇ ਪ੍ਰਾਣੀ ਨੇ ਜਪ ਤਪ ਧਰਮ ਨੇਮ ਔਰ ਪ੍ਰੇਮ ਤੋਂ ਹਾਰ ਜਾਂਦੇ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਸਰੂਪ ਪੰਜਵੇਂ ਪਾਤਸ਼ਾਹ ਮਹਾਨ ਸਾਡੇ ਤੇ ਪਰਉਪਕਾਰ ਨਾ ਕਰਦੇ ਤਾਂ ਭਗਵੰਤ ਦੀ ਭਗਤੀ ਨਹੀਂ ਸੀ ਹੋਣੀ, ਸੰਤ ਦੀ ਸੇਵਾ ਨਹੀਂ ਸੀ। ਸਾਰੇ ਬਰਤੰਤ ਛੋੜ ਕਰਕੇ ਜੰਤ ਬਹਿ ਜਾਤੇ ਭਵ ਅੰਤ ਹੋ ਨਾ ਪਾਵਤੇ। ਦੁਨੀਆ ਭਵ ਸਾਗਰ ਵਿੱਚ ਰੁੜ ਜਾਣੀ ਸੀ, ਕੋਈ ਕਿਤੇ ਅੰਤ ਨਹੀਂ ਸੀ ਆਉਣਾ। ਸਤ ਸੀਲ ਸੰਜਮ ਸੁਕ੍ਰਿਤ ਸਮ ਦਮ ਆਦ। ਇਹ ਜਿਹੜੇ ਸ਼ੁਭ ਗੁਣ ਨੇ, ਚੰਗਾ ਸੁਭਾਉ, ਸੰਜਮ, ਸ੍ਰੇਸ਼ਟ ਕ੍ਰਿਤ ਔਰ ਗੁਰਮੁਖੋ ਪੁੰਨ ਦਾਨ ਜਾਂ ਮਨ ਇੰਦਰੀਆਂ ਨੂੰ ਰੋਕਣ ਵਾਲੀ ਜਿਹੜੀ ਭਗਤੀ ਹੈ, ਉਦਮ। ਗਿਆਨ ਸਿੰਘ ਗਿਆਨ ਔ ਵਿਰਾਗ ਨਾ ਦਰਸਾਵਤੇ। ਗਿਆਨ ਤੇ ਵਿਰਾਗ ਕਿਤੇ ਦੀਣਾ ਵੀ ਨਹੀਂ ਸੇ ਜੇ। ਭਾਈ ਦੇਖੀਏ ਉਜਾਗਰ ਭਵ ਸਾਗਰ ਜਨ ਤਾਰ ਬੇਕੋ। ਪੰਚਮ ਗੁਰੂ ਜੋ ਗੁਰੂ ਗ੍ਰੰਥ ਨਾ ਬਨਾਵਤੇ। ਅਗਰ ਪੰਜਵੇਂ ਪਾਤਸ਼ਾਹ ਮਹਾਰਾਜ ਪਰਉਪਕਾਰ ਨਾ ਕਰਦੇ। ਦੋਹਰਾ ਬੰਗ ਉੜੀਸਾ ਕਾਮਰੂ ਬੰਧਿਆ ਚਲ ਕਾ ਸੈਲ। ਹੁਣ ਦੱਸਦੇ ਨੇ ਭਾਈ 7ਵੇਂ ਅਧਿਆਏ ਵਿੱਚ ਅੱਗੇ ਕੀ ਹੋਣਾ ਹੈ। ਬੰਗ ਉੜੀਸਾ, ਬੰਗ ਨਾਮ ਬੰਗਾਲ, ਉੜੀਸਾ ਤੇ ਕਾਮਰੂ। ਕਾਮਰੂ ਦੇਸ਼ ਕਹਿੰਦੇ ਨੇ ਅਸਾਮ ਦਾ ਇੱਕ ਪੁਰਾਤਨ ਸਮੇਂ ਦਾ ਕਾਮਰੂ ਜ਼ਿਲ੍ਹਾ ਤੇ ਉਹਦੇ ਆਲੇ ਦਾਲੇ ਦਾ ਇਲਾਕਾ, ਉਹਨੂੰ ਕਾਮਰੂਪ ਦੇਸ਼ ਲਿਖਿਆ ਹੈ ਅਸਾਮ ਦਾ। ਬੰਧਿਆ ਚਲ ਕਾ ਸੈਲ, ਇਹ ਹਿੰਦ ਨੂੰ ਦੱਖਣ ਤੋਂ ਵੱਖ ਕਰਦਾ, ਪਹਾੜ ਉੱਤਰੀ ਹਿੰਦ ਨੂੰ। ਇਹਨੂੰ ਬੰਧਿਆਚਲ ਜਿਹੜਾ ਹੈ ਉਹ ਪਹਾੜ ਹੈ, ਉਹਦਾ ਸੈਰ ਕਰਨ। ਕਰੈ ਜੈਸ ਗੁਰ ਆਦ ਸੋ ਕਥਾ ਕਥੋਂ ਹਿਤ ਸੈਲ। ਭਾਈ ਆਦ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਜਿਵੇਂ ਇਸ ਇਲਾਕੇ ਦੀ ਸੈਰ ਕੀਤੀ, ਉਹ ਮੈਂ ਸੁਖਦਾਇਕ ਕਥਾ ਜਿਹੜੀ ਹੈ ਸੁੱਖਾਂ ਵਾਸਤੇ ਕਥਨ ਕਰ ਰਿਹਾ। ਟੰਕਾਰੀ ਕੇ ਨ੍ਰਿਪ ਸੁਨ ਸੇਵਾ ਕਰੀ ਸੁਧਾਰ। ਤਾਂ ਇੱਥੋਂ ਦੇ ਜਿਹੜੇ ਟੰਕਾਰੀ ਦੇ ਰਾਜੇ ਨੇ ਸੁਣਿਆ, ਜਿਵੇਂ ਬਹੁਤ ਹੀ ਸੁਧਾਰ ਕਹੀਏ ਚੰਗੀ ਸੇਵਾ ਸਤਕਾਰ ਸਹਿਤ ਕੀਤੀ। ਬਖਸ਼ ਤਾਹੇ ਕੋ ਚਾਰ ਫਲ ਨਦਰ ਕਰੀ ਦੀਏ ਤਾਰ। ਗਰੀਬ ਨਵਾਜ ਪਾਤਸ਼ਾਹ ਨੇ ਉਹਨੂੰ ਚਾਰੇ ਫਲ ਬਖਸ਼ ਦਿੱਤੇ ਤੇ ਉਹਦੇ ਤੇ ਮਿਹਰ ਦੀ ਨਦਰ ਕਰਕੇ ਉਸ ਨੂੰ ਤਾਰ ਦਿੱਤਾ। ਬਖਸ਼ ਤਾਹੇ ਕੋ ਚਾਰ ਫਲ, ਚਾਰ ਕਿਹੜੇ ਨੇ? ਧਰਮ, ਅਰਥ ਤੇ ਕਾਮ, ਮੋਕਸ਼। ਇਹ ਗਰੀਬ ਨਵਾਜ ਪਾਤਸ਼ਾਹ ਮਹਾਰਾਜ ਜੀ ਨੇ, ਗਰੀਬ ਨਵਾਜ ਪਾਤਸ਼ਾਹ ਨੇ ਇਹ ਉਪਦੇਸ਼ ਦੇ ਕੇ ਸਤਿਗੁਰੂ ਜੀ ਨੇ ਇਹਨਾਂ ਨੂੰ, ਰਾਜੇ ਨੂੰ ਵੀ ਤਾਰਤਾ, ਉਹਦੇ ਤੇ ਨਜ਼ਰ ਕੀਤੀ। ਚੌਪਈ
ਬੋਧ ਗਿਆ ਪੁਨ ਪਹੁੰਚੇ ਜਾਈ। ਮਹਾਰਾਜ ਜੀ ਫਿਰ ਬੁੱਧ ਗਿਆ ਤੋਂ 7 ਮੀਲ ਦੱਖਣ ਬੁੱਧ ਦਾ ਤਪ ਸਥਾਨ ਹੈ, ਮਹਾਤਮਾ ਬੁੱਧ ਦਾ, ਜਿੱਥੇ ਇੱਕ ਪਿੱਪਲ ਦੇ ਦਰਖਤ ਹੇਠ ਮਹਾਤਮਾ ਬੁੱਧ ਨੂੰ ਗਿਆਨ ਹੋਇਆ ਸੀ ਤੇ ਉਹ ਬੋਧੀ ਪਿੱਪਲ ਹੁਣ ਤੱਕ ਮੌਜੂਦ ਹੈ। ਉਹਦੇ ਹੇਠਾਂ ਬੈਠ ਕੇ ਮਹਾਤਮਾ ਬੁੱਧ ਨੇ ਗਿਆਨ ਜਿੱਥੇ ਪ੍ਰਾਪਤ ਕੀਤਾ। ਇਸ ਕਰਕੇ ਬੋਧੀ ਜਿਹੜੇ ਹਨ, ਕਿਤੇ ਵੀ ਤੁਸੀਂ ਦੇਖੋ ਬੋਧੀਆਂ ਦਾ ਸਥਾਨ ਹੋਊ ਤਾਂ ਉੱਥੇ ਜਿੱਥੇ ਬੁੱਧ ਦੀ ਮੂਰਤੀ ਲਾਉਂਦੇ ਆ ਨਾਲ ਪਿੱਪਲ ਦੀ ਵੀ ਮੂਰਤੀ ਲਾਉਂਦੇ ਨੇ। ਜਿਵੇਂ ਸ਼ਿਵ ਨੂੰ ਮੰਨਣ ਵਾਲੇ ਆ, ਉਹ ਜਿੱਥੇ ਸ਼ਿਵ ਦੀ ਮੂਰਤੀ ਲਾਉਣਗੇ ਉੱਥੇ ਨਾਲ ਹੀ ਜਿੱਥੇ ਸ਼ਿਵਲਿੰਗ ਹੋਊਗਾ ਤੇ ਨਾਲ ਹੀ ਸੱਪ ਵੀ ਜ਼ਰੂਰ, ਕਿਉਂਕਿ ਸ਼ਿਵ ਭਗਵਾਨ ਦੇ ਗਲ ਵਿੱਚ ਸੱਪ ਹੁੰਦੇ। ਇਹ ਪ੍ਰਤੀਕ ਇਹੋ ਜਿਹੇ ਹੈ ਤਾਂ ਇਹਨਾਂ ਦੇ ਪਿੱਛੇ ਬਹੁਤ ਵੱਡਾ ਜਿਹੜਾ ਹੈ ਕਿ ਭਾਈ ਜਿਵੇਂ ਹੁਣ ਉਹ ਸੱਪ ਹੈ ਫਣ ਚੁੱਕੀ ਖੜਾ ਹੈ, ਉਹਦਾ ਭਾਵ ਇਹੀ ਹੈ, ਦਰਸਾਇਆ ਗਿਆ, ਪ੍ਰਤੀਕ ਹੁੰਦੇ ਨੇ ਕਿ ਕਾਲ ਇਸ ਤਰ੍ਹਾਂ ਤੈਨੂੰ ਫਣ ਚੁੱਕੀ ਖੜਾ, ਤੂੰ ਭਗਵਾਨ ਦਾ ਨਾਮ ਜਪ ਲੈ, ਇਹਦਾ ਪਤਾ ਕੋਈ ਨਹੀਂ ਕਦ ਡੰਗ ਮਾਰ ਦੇਵੇ। ਇਸ ਤਰ੍ਹਾਂ ਜਿਹੜੇ ਬੋਧੀ ਨੇ ਉਹ ਪਿੱਪਲ ਦੇ ਥੱਲੇ ਦਰਖਤ ਦੇ ਥੱਲੇ ਬੈਠੇ ਸਨ। ਮਹਾਤਮਾ ਬੁੱਧ ਜਿੱਥੇ ਉਹਨਾਂ ਨੂੰ ਗਿਆਨ ਪ੍ਰਾਪਤ ਹੋਇਆ ਤੇ ਉਹ ਪਿੱਪਲ ਦਾ ਦਰਖਤ ਉਹ ਇਸੇ ਤਰ੍ਹਾਂ ਸਤਿਕਾਰ ਵਜੋਂ ਕਿ ਸਾਡੇ ਮਹਾਤਮਾ ਬੁੱਧ ਜੀ ਨੂੰ ਗਿਆਨ ਹੋਇਆ, ਜਿੱਥੇ ਬੁੱਧ ਦੀ ਮੂਰਤੀ ਹੋਊਗੀ ਉੱਥੇ ਪਿੱਪਲ ਜ਼ਰੂਰ, ਚਾਹੇ ਉਹ ਉਸੇ ਤਰ੍ਹਾਂ ਦਾ ਹੀ ਜਿਹੜਾ ਹੈ ਕਾਗਜ਼ੀ ਬਣਾਉਣ, ਕਿਸੇ ਤਰੀਕੇ ਦਾ ਬਣਾਉਣ, ਉਹ ਬਣਾਉਂਦੇ ਹਨ। ਤੋ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਬੋਧ ਗਿਆ ਪੁਨ ਪਹੁੰਚੇ ਜਾਈ, ਪਹੁੰਚੇ ਹਨ ਬੁੱਧ ਅਵਤਾਰ ਦੇਹ ਜਹ ਪਾਈ। ਜਿੱਥੇ ਭਾਈ ਬੁੱਧ ਅਵਤਾਰ ਮਹਾਤਮਾ ਬੁੱਧ ਨੇ ਆਪਣਾ ਸਰੀਰ ਧਾਰਿਆ, ਲੋਗ ਗੁਸਾਈ ਮਿਲ ਬਹੁ ਆਏ। ਲੋਕ ਜਿਹੜੇ ਨੇ ਮਾਲਕ ਨੂੰ ਮਿਲਣ ਵਾਸਤੇ ਇੱਥੇ ਬਹੁਤ ਪਹੁੰਚੇ ਹਨ। ਸੁਨ ਗੁਰਮਤਿ ਮਨ ਮੋਦ ਵਢਾਏ। ਗੁਰੂ ਸਾਹਿਬ ਜੀ ਦਾ ਉਪਦੇਸ਼ ਸੁਣ ਕੇ ਬਹੁਤ ਹੀ ਮਨ ਦੇ ਵਿੱਚ ਖੁਸ਼ ਹੋਏ। ਗਿਆ ਸ਼ਹਿਰ ਫਲਗੂ ਤਟ ਜਾਏ। ਇਹ ਗਿਆ ਬਿਹਾਰ ਦਾ ਇੱਕ ਵੱਡਾ ਪ੍ਰਾਂਤ ਹੈ, ਫਲਗੂ ਨਦੀ ਦੇ ਕਿਨਾਰੇ ਉੱਤੇ। ਫਲਗੂ ਨਦੀ ਦੇ ਕਿਨਾਰੇ ਪੰਡਤ ਕੋ ਸਿੱਖ ਦੇ ਬਹੁ ਪਾਏ। ਪੰਡਨ ਕੋ, ਇੱਥੇ ਦੇ ਪਾਂਡਿਆਂ ਨੂੰ ਗੁਰੂ ਸਾਹਿਬ ਨੇ ਬਹੁਤ ਤਰ੍ਹਾਂ ਕਰਕੇ ਸਿੱਖਿਆ ਦਿੱਤੀ। ਗਿਆਪੁਰੀ ਤਹਿ ਤੇ ਗਏ ਪੰਡੇ ਮਿਲੇ ਅਨੇਕ। ਸਤਿਗੁਰ ਸ਼ਬਦ ਉਚਾਰ ਕੇ ਮਨ ਉਨਕਾ ਦੀਆ ਸ਼ੇਕ। ਮਨ ਦੇ ਵਿੱਚ ਸ਼ੇਕ ਪਾਤੇ ਗੁਰੂ ਸਾਹਿਬ ਜੀ ਨੇ ਇੱਥੇ ਸ਼ਬਦ ਉਚਾਰਿਆ, ਦੀਵਾ ਮੇਰਾ ਏਕ ਨਾਮ, ਦੁੱਖ ਵਿੱਚ ਪਾਇਆ ਤੇਲ, ਉਨ ਚਾਨਣੋ ਸੋਖਿਆ, ਚੂਕਾ ਜਮ ਸਿਉ ਮੇਲ। ਪਿੰਡ ਪੱਤਲ ਮੇਰੀ ਕੇਸੋ ਕਿਰਿਆ, ਸੱਚ ਨਾਮ ਕਰਤਾਰ, ਇੱਥੇ ਉਥੇ ਆਗੇ ਪਾਛੇ ਇਹੋ ਮੇਰਾ ਆਧਾਰ। ਇਉਂ ਇਤਿਆਦਿਕ ਤਹਿ ਸ਼ਬਦ ਉਚਾਰੇ, ਦੀਵਾ ਪਿੰਡ ਪਖੰਡ ਦਿਖਾਰੇ। ਗਰੀਬ ਨਵਾਜ ਪਾਤਸ਼ਾਹ ਮਹਾਰਾਜ ਜੀ ਨੇ ਇਹ ਭਾਈ ਉਪਦੇਸ਼ ਦਿੱਤਾ ਹੈ ਇੱਥੇ ਕਿ ਰਾਜਗਰੀ ਕਾ ਮੇਲਾ ਦੇਖਾ, ਦੈ ਲੈਗੇ ਉਪਦੇਸ਼ ਬਸੇਖਾ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਕੋਲੇ ਬਹੁਤ ਦੁਨੀਆ ਆਈ ਹੈ। ਪੰਡਨ ਕੋ ਸਿੱਖ ਦੈ ਬਹੁ ਭਾਈ। ਬਹੁਤ ਤਰ੍ਹਾਂ ਕਰਕੇ ਪੰਡਿਆਂ ਨੂੰ ਸਿੱਖਿਆ ਦਿੱਤੀ ਹੈ। ਰਾਜਗਿਰੀ ਤਹਿ ਤਹਿ ਚੱਲ ਦਰਸਾ। ਇਥੋਂ ਚੱਲ ਕੇ ਫਿਰ ਬਿਹਾਰ ਦਾ ਹੀ ਮਗਧ ਇੱਕ ਸ਼ਹਿਰ ਹੈ, ਉਹ ਮਹਾਰਾਜ ਨੇ ਦੇਖਿਆ। ਮੇਲਾ ਹੁਤੋ ਤਬੈ ਤਹਿ ਸਰਸਾ। ਉਸ ਸਮੇਂ ਉੱਥੇ ਬਹੁਤ ਵੱਡਾ ਮੇਲਾ ਜਿਹੜਾ ਹੁੰਦਾ ਹੈ, ਉਹ ਜਿਹੜਾ ਹੈ ਲੱਗਿਆ ਹੋਇਆ ਸੀ। ਬ੍ਰਹਮਾਦਿਕ ਦੇਵਨ ਕੇ ਸਰ ਜੋ। ਜਿੱਥੇ ਬ੍ਰਹਮਾ ਇਤਿਆਦਿਕ ਦੇਵਤਿਆਂ ਦੇ ਸਰੋਵਰ ਨੇ। ਵੇਖੇ ਗੁਰੂ ਗਰਮ ਜਲ ਤਰ ਜੋ। ਤੇ ਗੁਰੂ ਮਹਾਰਾਜ ਜਿਹੜੇ ਗੁਰੂ ਪਾਤਸ਼ਾਹ ਨੇ ਗਰਮ ਜਲ ਤਰ ਜੋ, ਬਹੁਤੇ ਜਦੋਂ ਇਹ ਗਰਮ ਦੇਖੇ ਹਨ। ਪਾਨ ਹੇਤ ਲੋਗਨ ਕੋ ਗੁਰੂ। ਪੀਣ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਗੁਰੂ ਦਇਆ ਧਾਰ ਚਸ਼ਮਾ ਕੀਏ ਸ਼ੁਰੂ। ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਫਿਰ ਇੱਥੇ ਗੁਰਮੁਖੋ ਚਸ਼ਮਾ ਜਿਹੜਾ ਹੈ ਜਲ ਦਾ ਇੱਕ ਸੋਮਾ ਪ੍ਰਗਟ ਕੀਤਾ। ਸਤਿਗੁਰੂ ਸੱਚੇ ਪਾਤਸ਼ਾਹ ਨੇ ਇਹੋ ਜਿਹੇ ਕੌਤਕ ਬਿਹਾਰ ਦੇ ਵਿੱਚ ਸਥਾਨ ਗੁਰੂ ਨਾਨਕ ਦੇਵ ਮਹਾਰਾਜ ਦੇ ਹਨ। ਜੋ ਅਬ ਸ਼ੀਰੀ ਸਰਦ ਸਵਾਦੂ।
ਇਹ ਕਿਹਾ ਭਾਈ ਜਦੋਂ ਚਸ਼ਮਾ ਸ਼ੁਰੂ ਕਰਤਾ ਜਿਹੜਾ ਹੁਣ ਤੱਕ, ਉਸ ਸਮੇਂ ਉੱਥੇ ਗਰਮ ਜਲ ਤੋਂ ਭਾਵ ਹੈ ਜਿਹੜਾ ਜਲ ਸੀ ਉਹ ਉਹਨਾਂ ਪੀਣ ਯੋਗ ਨਹੀਂ ਸੀ ਹੈ। ਤੇ ਸਤਿਗੁਰੂ ਸੱਚੇ ਪਾਤਸ਼ਾਹ ਨੇ, ਕਿਉਂਕਿ ਧਰਤੀ ਵਿੱਚੋਂ ਹੁਣ ਸਰੋਵਰ ਵਿੱਚ ਖੜਾ ਪਾਣੀ ਜਿਹੜਾ ਹੈ ਉਹ ਗਰਮ ਹੋ ਜਾਂਦਾ ਹੈ ਗਰਮੀ ਦੇ ਦਿਨਾਂ ਵਿੱਚ, ਮਹਾਰਾਜ ਨੇ ਚਸ਼ਮਾ ਪੈਦਾ ਕਰਤਾ ਜਿੱਥੋਂ ਜਿਹੜਾ ਹੈ ਜੋ ਅਬ ਸ਼ੀਰੀ ਸਰਦ ਸਵਾਦੂ, ਸ਼ੀਰੀ ਨਾਮ ਹੈ, ਸ਼ੀਰਾ ਕਹਿੰਦੇ ਨੇ ਮਿੱਠੇ ਨੂੰ, ਜਿਹੜਾ ਹੁਣ ਤੱਕ ਭਾਈ ਬਹੁਤ ਹੀ ਮਿੱਠਾ ਤੇ ਸਵਾਦ, ਠੰਡਾ ਸਰਦ ਸਵਾਦੂ, ਠੰਡਾ ਮਿੱਠਾ ਪਾਣੀ ਚੱਲਦਾ ਹੈ ਪ੍ਰਗਟ ਸਤਿਗੁਰ ਪ੍ਰਸਾਦੂ। ਗੁਰੂ ਮਹਾਰਾਜ ਦੀ ਕਿਰਪਾ ਨਾਲ ਹੁਣ ਤੱਕ ਇਹ ਸਾਰਾ ਕੁਝ ਪ੍ਰਗਟ ਹੈ। ਜਹ ਬਰਕਤ ਭਿਖ ਲੋਕ ਤਮਾਮ, ਸਾਰੇ ਲੋਕਾਂ ਨੇ ਇਹ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਦੀ ਬਰਕਤ ਨੂੰ, ਬਖਸ਼ਿਸ਼ਾਂ ਨੂੰ ਵੇਖ ਕਰਕੇ ਦਰ ਸਹਿ ਸਰ ਸਹਿ ਗੁਰ ਗੁਣ ਧੰਮ, ਗੁਰੂ ਮਹਾਰਾਜ ਗੁਣਾਂ ਦੇ ਧਾਮ ਸਤਿਗੁਰੂ ਜੀ ਦੇ ਦਰਸ਼ਨ ਕਰੇ ਔਰ ਭਾਈ ਆਨੰਦ ਪ੍ਰਸੰਨ ਹੋਏ। ਭੇਖੀ ਪੱਖ ਪਾਤ ਮਤ ਵਾਰੇ, ਤੇ ਜਿਹੜੇ ਫਿਰ ਭਾਈ ਭੇਖ ਪੱਤ ਭੇਖੀ ਮਤ ਵਾਲੇ ਐ, ਕੋਈ ਇਸ ਤਰ੍ਹਾਂ ਦੇ ਭੇਖੀ ਪੱਤ, ਬਹੁਤਾ ਭੇਖ ਤੇ ਆਦਿਕ ਰੱਖਣ ਵਾਲੇ, ਉਹ ਜਿਹੜੇ ਮਤ ਵਾਲੇ ਸਨ, ਆਏ ਚਰਚਾ ਕਰਨ ਅਪਾਰੇ, ਗੁਰੂ ਮਹਾਰਾਜ ਜੀ ਨੇ ਨਾਲ ਬਹੁਤੇ ਇਕੱਠੇ ਹੋ ਕਰਕੇ ਉਹ ਚਰਚਾ ਕਰਨ ਵਾਸਤੇ ਪਹੁੰਚੇ ਹਨ। ਪ੍ਰਥਮ ਬੋਧ ਸੰਮੁਖ ਹੋਏ ਬੋਲੇ, ਤੇ ਸਾਰਿਆਂ ਨੂੰ ਪਹਿਲਾਂ ਜਿਹੜੇ ਹਨ ਬੜੇ ਜਿਹੜੇ ਚੰਗੇ ਗਿਆਨਵਾਨ ਸੀ, ਗੁਰੂ ਮਹਾਰਾਜ ਦੇ ਸਾਹਮਣੇ ਹੋ ਕਰਕੇ ਕਹਿਣ ਲੱਗੇ, ਨਾਸਤਕ ਪਾਮਰ ਕਪਟ ਕਠੋਲੇ। ਨਾਸਤਕ ਕਹਿੰਦੇ ਹਨ ਜਿਹੜਾ ਭਾਈ ਪਰਮੇਸ਼ਰ ਤੇ ਪਰਲੋਕ ਨੂੰ ਨਹੀਂ ਮੰਨਦਾ ਉਹਨੂੰ, ਫਿਰ ਪਾਮਰ ਕਹਿੰਦੇ ਨੇ ਕਮੀਨਾ ਬੰਦਾ ਪਾਮਰ, ਔਰ ਕਪਟ ਕਠੋਲੇ, ਕਠ ਪੁਤਲੇ ਕੋਠੇ ਜਿਹੜੇ ਹਨ ਚੰਗੇ ਕੌੜੇ, ਇਸ ਤਰ੍ਹਾਂ ਦਾ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਸਾਹਮਣੇ ਹੋ ਕੇ ਕਹਿਣ ਲੱਗੇ, ਕਹਿਓ ਹਮਾਰੋ ਮਤ ਦਿੜ ਸਾਚੋ, ਕਹਿਣ ਲੱਗੇ ਕਿ ਜਿਹੜਾ ਸਾਡਾ ਮਤ ਹੈ ਇਹ ਸੱਚਾ ਮਤ ਹੈ। ਗੁਰੂ ਨਾਨਕ ਦੇਵ ਜੀ ਪਾਤਸ਼ਾਹ ਨੂੰ ਕਹਿੰਦੇ, ਹੈ ਤੁਮ ਹੂੰ ਭੀ ਜਾ ਮੈਂ ਰਾਚੋ, ਇਸ ਕਰਕੇ ਤੁਸੀਂ ਵੀ ਸਾਡੇ ਮਤ ਦੇ ਵਿੱਚ ਆ ਜਾਓ, ਸਾਡਾ ਮਤ ਗ੍ਰਹਿਣ ਕਰ ਲਵੋ। ਬੁੱਧ ਭਗਵਾਨ ਸਰਬ ਔਰ ਬਾਸੀ, ਜਿਹੜੇ ਬੋਧੀ ਸਾਨੂੰ ਅੱਗੇ ਹੋ ਕੇ ਕਹਿੰਦੇ ਜਿਹੜਾ ਬੁੱਧ ਭਗਵਾਨ ਹੈ ਸਰਬ ਔਰ ਬਾਸੀ, ਸਾਰਿਆਂ ਦੇ ਹਿਰਦੇ ਵਿੱਚ ਵਸਣ ਵਾਲਾ ਹੈ। ਜੀਵ ਰੂਪ ਨਿਤ ਮੁਕਤ ਅਨਾਸੀ, ਇਹ ਜਿਹੜਾ ਜੀਵ ਹੈ ਇਹ ਜੀਵ ਰੂਪ ਨਿਤ ਮੁਕਤੀ, ਜੀਵਾਂ ਨੂੰ ਨਿਤ ਮੁਕਤੀ ਦੇਣ ਵਾਲਾ ਹੈ। ਪਾਲਣ ਦੇਹ ਜਹੀ ਪੁਰਖਾਰਥ, ਤੇ ਫਿਰ ਇਸ ਦੇਹੀ ਨੂੰ ਪਾਲਣ ਵਾਲਾ, ਪੁਰਖ ਦਾ ਮੁੱਖ ਜਿਹੜਾ ਪ੍ਰਯੋਜਨ ਹੈ ਪੁਰਖਾਰਥ, ਇਹ ਜਿਹੜਾ ਭਾਈ ਦੇਹ ਪਾਲਣੀ, ਇਹੀ ਕਹਿੰਦੇ ਮੁੱਖ ਜਿਹੜਾ ਹੈ ਪ੍ਰਯੋਜਨ ਹੈ ਪੁਰਖ ਦਾ। ਜਨਮ ਭ੍ਰਮ ਸਮਝਨ ਪਰਮਾਰਥ, ਫਿਰ ਜਨਮ ਮਰਨ ਨੂੰ ਸਮਝਣਾ, ਇਹ ਜਨਮ ਮਰਨ ਕਹਿੰਦੇ ਬਾਰ-ਬਾਰ ਜਿਹੜਾ ਹੈ, ਜਾਂ ਜਨਮ ਮਰਨ ਤੇ ਭਰਮ ਸਮਝਣ ਪਰਮਾਰਥ, ਮੁਕਤੀ ਪਰਮਾਰਥ, ਮੁਕਤੀ ਨੂੰ ਪਰਮਾਰਥ ਨੂੰ ਸਮਝਣ ਵਾਸਤੇ। ਦੇਹ ਭਿੰਨ ਹਮ ਜੀਵ ਨ ਮੰਨੈ, ਕਿਉਂਕਿ ਬੋਧੀਆਂ ਦਾ ਐਸਾ ਖਿਆਲ ਆ, ਉਹ ਕਹਿੰਦੇ ਦੇਹ ਤੋਂ ਬਿਨਾਂ ਅਸੀਂ ਹੋਰ ਕੋਈ ਜੀਵ ਆਤਮਾ ਨੂੰ ਨਹੀਂ ਮੰਨਦੇ ਹਾਂ। ਮਰੇ ਮੁਕਤ ਸਭ ਹੀ ਪਹਿਚਾਨੈ, ਕਹਿੰਦੇ ਜਦੋਂ ਜੀਵ ਮਰ ਜਾਂਦਾ ਹੈ ਪ੍ਰਾਣੀ ਬਸ ਉਦੋਂ ਮੁਕਤ ਹੋ ਜਾਂਦਾ। ਸਾਡੇ ਧਰਮ ਦੇ ਵਿੱਚ ਇਹ ਕੋਈ ਪ੍ਰਾਣੀ ਮਰ ਜੇ ਤੇ ਅਸੀਂ ਉਹਨੂੰ ਮੁਕਤ ਜਾਣਦੇ ਹਾਂ। ਦੇਹ ਦੁਖਾਨਾ ਯਹੀ ਅਗਿਆਨਾ, ਔਰ ਦੇਹ ਨੂੰ ਦੁਖੀ ਕਰਨਾ ਇਹ ਸਮਝੋ ਇਹੀ ਅਗਿਆਨ ਹੈ। ਨਰਕ ਸਵਰਗ ਦੁੱਖ ਸੁਖ ਹਮ ਜਾਨਾ, ਤੇ ਨਰਕ ਸੁਰਗ ਇਹੀ ਹੈ, ਦੁੱਖ ਹੈ ਤਾਂ ਨਰਕ ਹੈ, ਸੁੱਖ ਹੈ ਤਾਂ ਸਵਰਗ ਹੈ, ਇਹ ਅਸੀਂ ਜਾਣਦੇ ਹਾਂ। ਆਗੈ ਹਿਤ ਦੁੱਖ ਮੂਰਖ ਭਰ ਹੈ, ਇਸ ਕਰਕੇ ਕਹਿੰਦੇ ਉਹ ਮੰਨਦੇ ਨੇ ਅਸੀਂ ਕਿ ਅੱਗੇ ਦਾ ਭਲਾ ਜਾਣਨ ਕਰਕੇ ਕਹਿੰਦੇ ਮੂਰਖ ਲੋਕ ਆ ਜਿਹੜੇ ਇੱਥੇ ਦੁੱਖ ਭਰੀ ਜਾਂਦੇ ਆ। ਕੋਈ ਕਿਵੇਂ ਤਪ ਕਰਦਾ, ਹੁਣ ਇਹ ਆਪੋ ਆਪਣੀ ਮੱਤ ਹੈ। ਉਹ ਤਾਂ ਕਹਿੰਦੇ ਸਰੀਰ ਨੂੰ ਨਾ ਦੁੱਖ ਦਿਓ, ਇਹਨੂੰ ਸੁਖੀ ਰੱਖੋ, ਇਹੀ ਸੁਖੀ ਸਰੀਰ ਨੂੰ ਸੁਖੀ ਰੱਖਣਾ ਹੀ ਸਵਰਗ ਹੈ।
इस करके कहंदे कोई लोड़ नहीं दुखी करन दी, इहदे नाल भजन बंदगी करो, इहनूं दुखी करो, अन्न पानी थोड़ा छको ना, ਇਹਦੇ ਨਾਲ ਸਰੀਰ ਨੂੰ ਦੁਖੀ ਕਰੋਗੇ। ਇਹ ਤਾਂ ਕਹਿੰਦੇ ਐਵੇਂ ਮੂਰਖ ਹੀ ਬੰਦੇ ਆ ਜਿਹੜੇ ਭਾਈ ਇਹਨੂੰ ਦੁਖੀ ਕਰਦੇ ਹਨ। ਆਗੇ ਹਿਤ ਦੁੱਖ ਮੂਰਖ ਭਰੈ, ਕਿ ਮੇਰਾ ਅੱਗਾ ਸਬਰ ਜੇ, ਇਹਦੇ ਵਾਸਤੇ ਸਰੀਰ ਨੂੰ ਦੁਖੀ ਕਰਨਾ ਇਹ ਮੂਰਖ ਐਵੇਂ ਕਹਿੰਦੇ ਭਰ ਹੈ, ਮੂਰਖ ਹੀ ਕਰ ਰਹੇ ਹਨ। ਭੇਡ ਚਾਲ ਅੰਧੇ ਪਰ ਘਰ ਹੈ, ਐਵੇਂ ਭੇਡਾਂ ਚਾਲ ਦੇ ਵਿੱਚ ਪੈ ਕੇ ਇਹ ਅੰਨੇ ਜਿਹੜੇ ਲੋਕ ਨੇ ਗਲ ਰਹੇ ਹਨ। ਜੇਕਰ ਜੀਵ ਜਨਮ ਜਾਪਤ, ਤਾਂ ਜੇਕਰ ਇਹ ਜੀਵ ਕਿਸੇ ਹੋਰ ਜਨਮ ਨੂੰ ਜਾ ਕੇ ਪਾਉਂਦਾ, ਤੇ ਤੋ ਕਬ ਹੀ ਕੋ ਆਏ ਬਤਾਤੋ, ਤਾਂ ਫਿਰ ਦੱਸੋ ਵੀ ਇਹ ਕਦੋਂ ਕੋਈ ਆ ਕੇ ਦੱਸਦਾ ਮੈਂ ਗਾਹਾਂ ਕਿਵੇਂ ਰਿਹਾ। ਅੱਜ ਕੱਲ ਵੀ ਇਸ ਤਰ੍ਹਾਂ ਹੀ ਨਾਸਤਕ ਲੋਕ, ਜਿਹੜਾ ਬੁੱਧ ਧਰਮ ਹੈ ਨਾ, ਅਸਲ ਵਿੱਚ ਨਾਸਤਕਤਾ ਦਾ ਹੈ। ਬੁੱਧ ਧਰਮ ਤਾਂ ਪਰਮਾਤਮਾ ਨੂੰ ਨਹੀਂ ਮੰਨਦਾ। ਜਿਹੜਾ ਬੁੱਧ ਧਰਮ ਹੈ, ਬਹੁਤਿਆਂ ਨੂੰ ਇਸ ਗੱਲ ਦਾ ਨਹੀਂ ਪਤਾ, ਉਹ ਪਰਮੇਸ਼ਰ ਨੂੰ ਨਹੀਂ ਮੰਨਦਾ। ਉਹ ਇਹ ਨਹੀਂ ਕਹਿੰਦਾ ਕਿ ਕੋਈ ਰੱਬ ਹੈ, ਉਹ ਕਹਿੰਦਾ ਗਿਆਨ ਹੀ ਧਰਮ ਹੈ, ਕਿ ਬੁੱਧ ਨੂੰ ਗਿਆਨ ਹੋ ਗਿਆ। ਉਹ ਗਿਆਨ ਇਸ ਕਰਕੇ ਉਹ ਭਗਵਾਨ ਬੁੱਧ ਕਹਿੰਦੇ ਉਹਨੂੰ, ਤੇ ਉਹ ਇੱਥੇ ਤੱਕ ਹੀ ਕਰਮ ਤੱਕ ਹੀ ਸੀਮਤ ਨੇ। ਅੱਜ ਕੱਲ ਵੀ ਇਹ ਬੁੱਧ ਧਰਮ ਦੀ ਫਿਲਾਸਫੀ ਵਾਲੇ ਸਾਡੇ 'ਚ ਵੀ ਕੁਝ ਐਸੇ ਪ੍ਰਚਾਰਕ ਹੋ ਗਏ, ਉਹ ਕਹਿੰਦੇ ਵਾ ਕੇਵਲ ਗਿਆਨ ਹੀ ਧਰਮ ਹੈ ਜੀ, ਗਿਆਨ ਹੀ ਰੱਬ ਹੈ, ਇੱਥੇ ਤੱਕ ਖੜੇ ਨੇ। ਲੇਕਿਨ ਗੁਰੂ ਮਹਾਰਾਜ ਜੀ ਨੇ ਤਾਂ ਗਿਆਨ ਨੂੰ ਇੱਕ ਕਾਂਡ ਲਿਖਿਆ ਕਿ ਜਿਵੇਂ ਧਰਮ ਹੈ, ਧਰਮ ਜਿਹੜਾ ਹੈ ਉਸ ਤੋਂ ਬਾਅਦ ਗੁਰਮੁਖੋ ਗਿਆਨ, ਇਹ ਕਹਿ ਲੋ ਕਿ ਖੰਡ ਕਹਿ, ਜਿਵੇਂ ਆਪਾਂ ਜਪਜੀ ਸਾਹਿਬ ਦੇ ਵਿੱਚ ਧਰਮ ਖੰਡ, ਗਿਆਨ ਖੰਡ, ਧਰਮ ਖੰਡ, ਸ਼ਰਮ ਖੰਡ, ਗਿਆਨ ਖੰਡ, ਕਰਮ ਖੰਡ, ਫਿਰ ਸੱਚ ਖੰਡ। ਭਾਵ ਇੱਥੇ ਤਾਂ ਇਹ ਤੀਜੇ ਤੇ ਹੀ ਖੜੇ ਨੇ। ਗੁਰੂ ਮਹਾਰਾਜ ਤਾਂ ਕਹਿੰਦੇ ਇਹ ਤੋਂ ਅੱਗੇ ਗਿਆਨ ਤੋਂ ਅੱਗੇ ਕਰਮ ਬਖਸ਼ਿਸ਼ ਹੈ, ਬਖਸ਼ਿਸ਼ ਤੋਂ ਅੱਗੇ ਭਾਈ ਫਿਰ ਬਖਸ਼ਿਸ਼ ਨਾਲ ਹੀ ਸੱਚਖੰਡ ਦੀ ਪ੍ਰਾਪਤੀ ਹੈ, ਸੱਚਖੰਡ ਮੰਜ਼ਿਲ ਹੈ। ਇਹ ਤਾਂ ਇੱਕ ਪੜਾਅ ਨੇ ਰਸਤੇ ਦੇ। ਲੇਕਿਨ ਬੋਧੀ ਜਿਹੜੇ ਹਨ ਉਹ ਇੱਥੇ ਤੱਕ ਹੀ ਖੜੇ ਨੇ। ਭੇਡ ਚਾਲ ਅੰਧੇ ਪਰ ਘਰ ਹੈ, ਗਏ ਜੇਕਰ ਜੀਵ ਜਨਮ ਜਾਪਾ, ਤੋ ਜੇਕਰ ਜੀਵ ਮਰ ਕੇ ਹੋਰ ਜਨਮ ਪਾਉਂਦਾ, ਤੋ ਕਬ ਹੀ ਕੋ ਆਏ ਬਤਾਤੋ, ਤੋ ਕਦੇ ਆ ਕੇ ਕਿਸੇ ਨੂੰ ਦੱਸਦਾ। ਗੁਰੂ ਕਹਿਓ ਤੁਮਰਾ ਮਤ ਝੂਠੋ, ਗੁਰੂ ਮਹਾਰਾਜ ਕਹਿਣ ਲੱਗੇ ਬੋਧੀਆਂ ਨੂੰ ਕਿ ਜਿਹੜਾ ਤੁਹਾਡਾ ਮਤ ਹੈ ਇਹ ਝੂਠਾ ਹੈ। ਤੁਮ ਕੋ ਬੁੱਧ ਭਗਵਾਨ ਸਮੂਠੋ, ਤੁਹਾਨੂੰ ਤਾਂ ਕਹਿੰਦਾ ਤੁਹਾਡੇ ਬੁੱਧ ਭਗਵਾਨ ਨੇ ਠੱਗ ਲਿਆ ਹੈ। ਮਹਾਰਾਜ ਕਹਿੰਦੇ ਮਤ ਦ੍ਰਿੜਾਏ ਜਹ ਰਾਖਸ਼ ਮਾਰੇ, ਇਹ ਨਾਸਤਕ ਮਤ ਦ੍ਰਿੜ ਕਰਵਾ ਕੇ ਰਾਖਸ਼ਾਂ ਨੂੰ ਮਾਰਿਆ ਸੀ। ਇਹ ਜਿਹੜੀ ਮਤ ਉਸ ਸਮੇਂ ਦਿੱਤੀ ਕਿ ਕਿਉਂਕਿ ਜੇ ਉਹ ਅਸਲ ਵਿੱਚ ਕਹਾਣੀ ਇਹ ਸੀ ਕਿ ਬੁੱਧ ਨੇ ਇਹ ਨਾਸਤਕਤਾ ਕਿਉਂ ਸੀ, ਰਾਖਸ਼ ਵੱਧ ਗਏ ਤੇ ਜੀਵ ਹਿੰਸਾ ਮੁੱਖ ਸੀ ਕਿ ਜੀਵ ਹੱਤਿਆ ਨਹੀਂ ਕਰਨੀ। ਤਾਂ ਜਦੋਂ ਮਾੜੇ ਦਾ ਵਾਧਾ ਹੋ ਜੇ ਫਿਰ ਉੱਥੇ ਉਹਨਾਂ ਨੂੰ ਸਮਝਾਇਆ ਵੀ ਕੋਈ ਪਾਪ ਪੁੰਨ ਨਹੀਂ ਲੱਗਣਾ, ਇਹਨਾਂ ਨੂੰ ਮਾਰ ਦਿਓ, ਕੋਈ ਗਾਹਾਂ ਤੁਹਾਡਾ ਕੋਈ ਤੁਹਾਨੂੰ ਨਰਕ ਨਹੀਂ ਮਿਲੂਗਾ, ਕੁਛ ਨਹੀਂ ਹੋਵੇਗਾ। ਤੇ ਇਹ ਹੁਣ ਆਮ ਆਪਾਂ ਦੇਖ ਲਓ ਕਿ ਇਹ ਵੀ ਤਾਂ ਹਰ ਇੱਕ ਪੱਖ ਹੁੰਦਾ। ਤੇ ਆਪਾਂ ਜੇ ਹੁਣ ਇੱਥੇ ਵੇਖੀਏ ਕਿ ਆਪਾਂ ਕਹਿੰਦੇ ਜੀਵ ਮਾਰਨਾ ਪਾਪ ਹੈ, ਤੇ ਫਸਲਾਂ ਤੇ ਕਿੰਨੇ ਜੀਆ ਜੰਤ ਪੈਦਾ ਹੋ ਜਾਂਦਾ, ਸਪਰੇਅ ਕਰ ਕਰਕੇ ਆਪਾਂ ਮਾਰਦੇ ਹਾਂ ਨਾ। ਇਸ ਕਰਕੇ ਸਾਡੀ ਪਿੱਛੇ ਭਾਵਨਾ ਕੀ ਹੈ, ਗੱਲ ਪਾਪ ਪੁੰਨ ਭਾਵਨਾ ਨਾਲ ਹੈ। ਜੇ ਉਹਨਾਂ ਨੂੰ ਨਾ ਮਾਰਾਂਗੇ ਤਾਂ ਗੁਰਮੁਖੋ ਫਿਰ ਫਸਲ ਖਰਾਬ ਹੋ ਜਾਊਗੀ, ਉਹ ਤਾਂ ਜ਼ਰੂਰੀ ਹੈ ਬਚਾਉਣੀ। ਪਸ਼ੂ ਦੇ ਕੀੜੇ ਪੈ ਜਾਣ, ਕੀੜਿਆਂ ਨੂੰ ਇਹ ਹੁਣ ਅਸਲ ਵਿੱਚ ਜੀਵ ਹਿੰਸਾ ਪਰਮੋ ਧਰਮੰ ਕਹਿਤਾ, ਤਾਂ ਇਹ ਫਿਰ ਇਹ ਵੀ ਤਾਂ ਬਹੁਤ ਗਿਰਾਵਟ ਹੈ, ਤਾਂ ਕੈਰਤਾ ਦਾ ਕਾਰਨ ਬਣ ਜਾਊਗੀ। ਗੁਰੂ ਮਹਾਰਾਜ ਜੀ ਨੇ ਇਸੇ ਕਰਕੇ ਹੀ ਉਪਦੇਸ਼ ਸਾਨੂੰ ਦਿੱਤਾ, ਜਿਹੜਾ ਖਾਲਸਾ ਹੈ ਇਹ ਸ਼ਸਤਰ ਧਾਰੀ ਕਿਉਂ ਹੈ। ਜੇ ਹੁਣ ਉਹ ਕੀੜਿਆਂ ਨੂੰ ਨਾ ਮਾਰਿਆ ਤਾਂ ਪਸ਼ੂ ਨੂੰ ਨੁਕਸਾਨ ਹੋ ਜਾਊਗਾ। ਇਸੇ ਤਰ੍ਹਾਂ ਹੁਣ ਬਾਰਡਰ ਦੇ ਉੱਤੇ ਫੌਜ ਲਾਈ ਹੋਈ ਹੈ, ਜੇ ਕੋਈ ਘੁਸਪੈਠ ਕਰਦਾ ਹੈ ਕਿਸੇ ਦੂਸਰੇ ਦੇਸ਼ ਦੇ ਵਿੱਚੋਂ ਤਾਂ ਫੌਜ ਨੂੰ ਆਰਡਰ ਹੈ ਗੋਲੀ ਮਾਰ ਕੇ ਮਾਰ ਦੋ, ਉਹਦਾ ਕੋਈ ਪਾਪ ਨਹੀਂ ਹੈ। ਤੇ ਉਹ ਆਪਾਂ ਜੇ ਹੁਣ ਕਿਸੇ ਨੂੰ ਕਹੇ ਬੰਦਾ ਮਾਰ ਦੇਣਾ ਤੇ ਕਿੱਡੀ ਮਾੜੀ ਗੱਲ ਹੈ। ਲੇਕਿਨ ਉੱਥੇ ਉਹਨਾਂ ਨੂੰ ਅਧਿਕਾਰ ਹੈ, ਕਿਉਂਕਿ ਉਹਨਾਂ ਨੂੰ ਅਧਿਕਾਰ ਮਿਲਿਆ, ਉਹਨਾਂ ਨੂੰ ਕੋਈ ਪਾਪ ਨਹੀਂ ਹੈ। ਇਹ ਸਾਰੀਆਂ ਗੱਲਾਂ ਸਮਝਣੀਆਂ ਹੁੰਦੀਆਂ ਕਿ ਇਹਦੇ ਪਿੱਛੇ ਭਾਵਨਾ ਕੀ ਕੰਮ ਕਰਦੀ ਹੈ।
ਗਰੀਬ ਨਵਾਜ ਮਹਾਰਾਜ ਕਹਿਣ ਲੱਗੇ, ਮਤ ਦ੍ਰਿੜਾਏ ਜਹ ਰਾਖਸ਼ ਮਾਰੇ। ਨਾਸਤਕ ਮਤ ਦ੍ਰਿੜ ਕਰਵਾ ਕੇ ਤੇ ਉਹਨਾਂ ਰਾਖਸ਼ਾਂ ਨੂੰ ਮਾਰਿਆ ਸੀ। ਤੁਮ ਸੇ ਜੜਨ ਲੀਨ ਵਹਿ ਧਾਰੇ, ਤੇ ਤੁਸੀਂ ਉਹਦੇ ਤੁਹਾਡੇ ਵਰਗੇ ਮੂਰਖਾਂ ਨੇ ਉਸ ਗੱਲ ਨੂੰ ਪੱਕਾ ਹੀ ਧਾਰਨ ਕਰ ਲਿਆ ਕਿ ਨਹੀਂ ਬਸ ਕੋਈ ਗੱਲ ਨਹੀਂ ਹੈ, ਕੋਈ ਰੱਬ ਨਹੀਂ, ਕੋਈ ਪਾਪ ਪੁੰਨ ਨਹੀਂ, ਕੋਈ ਨਰਕ ਸੁਰਗ ਨਹੀਂ ਹੈ। ਤੁਸੀਂ ਇਸ ਗੱਲ ਨੂੰ ਮਹਾਰਾਜ ਕਹਿੰਦੇ ਤੁਮ ਸੇ ਜੜਨ ਨਾਮ ਜੜ ਨਾਮ ਮੂਰਖ ਦਾ ਹੈ ਕਿ ਤੁਸੀਂ ਇਹ ਲੀਨ ਵਹਿ ਧਾਰੇ ਨੂੰ ਪੂਰੇ ਤੌਰ ਤੇ ਪੱਕਾ ਹੀ ਧਾਰ ਲਿਆ। ਜੀਵ ਸਦਾ ਤਨ ਤੇ ਹੈ ਨਿਆਰਾ। ਮਹਾਰਾਜ ਕਹਿੰਦੇ ਜੀਵ ਆਤਮਾ ਹੈ, ਉਹ ਸਦਾ ਤਨ ਤੋਂ ਨਿਆਰੀ ਹੁੰਦੀ ਹੈ, ਸਰੀਰ ਦਾ ਉਹਦੇ ਤੇ ਕੋਈ ਭਾਵ ਨਹੀਂ। ਜਥਾ ਕਰਮ ਫਲ ਭੋਗਤ ਸਾਰਾ। ਇਸ ਕਰਕੇ ਫਿਰ ਜੈਸਾ ਜੀਵ ਕਰਮ ਕਰਦਾ ਹੈ ਉਹਨੂੰ ਸਾਰਾ ਫਲ ਭਾਈ ਉਸੇ ਤਰ੍ਹਾਂ ਭੋਗਣਾ ਪੈਂਦਾ ਹੈ। ਨਾਮ ਜਪੈ ਹਰ ਭਗਤ ਕਰੈ ਜੋ, ਜਿਹੜੇ ਪਰਮੇਸ਼ਰ ਦਾ ਨਾਮ ਜਪਦੇ ਨੇ ਔਰ ਭਗਤੀ ਕਰਦੇ ਹਨ। ਗਿਆਨ ਪਾਏ ਭਵ ਬੰਧ ਹਰੈ ਸੂ, ਉਹਨਾਂ ਨੂੰ ਗਿਆਨ ਦੀ ਪ੍ਰਾਪਤੀ ਹੋ ਜਾਂਦੀ ਹੈ। ਫਿਰ ਉਹ ਭਵਜਲ ਦੇ ਜਿਹੜੇ ਬੰਧਨ ਹਨ ਸੰਸਾਰ ਦੇ ਉਹਨਾਂ ਨੂੰ ਹਰੈ ਸੋ ਖਤਮ ਕਰ ਲੈਂਦੇ ਹਨ। ਜੇ ਕਰਮਨ ਕਾ ਫਲ ਕੁਛ ਨਾਹੀ। ਮਹਾਰਾਜ ਕਹਿੰਦੇ ਭਾਈ ਜੇ ਕਰਮ ਦਾ ਕੋਈ ਫਲ ਹੀ ਨਹੀਂ ਹੈ, ਤਾਰ ਤਮ ਕਿਉਂ ਲਿਓ ਲੋਗਨ ਮਾਹੀ। ਤਾਂ ਫਿਰ ਇਹ ਦੱਸੋ ਲੋਕਾਂ ਦੇ ਵਿੱਚ ਛੋਟੇ ਤਾਰ ਕੀ, ਇਹ ਛੋਟਾ ਤਮ ਨਾਮ ਵੱਡੇ ਦਾ, ਇਹ ਛੋਟੇ ਵੱਡੇ ਕਿਉਂ ਨੇ? ਜੇ ਕਰਮ ਦਾ ਫਲ ਹੀ ਨਹੀਂ ਹੈ ਤੇ ਫਿਰ ਸਾਰੇ ਇੱਕੋ ਜਿਹੇ ਕਿਉਂ ਨਹੀਂ? ਕੋਈ ਦੁਖੀ ਹੈ, ਕੋਈ ਸੁਖੀ ਹੈ, ਕਿਸੇ ਕੋਲੇ ਮਾਇਆ ਬਹੁਤੀ ਹੈ, ਕਿਸੇ ਕੋਲੇ ਘੱਟ ਹੈ। ਕੋਈ ਵਿਚਾਰਾ ਸਾਰੀ ਜ਼ਿੰਦਗੀ ਦੇਖੋ ਜਿਹੜਾ ਤਰਸਦਾ ਹੀ ਜ਼ਿੰਦਗੀ ਨਿਭਾ ਜਾਂਦਾ ਹੈ। ਕਈਆਂ ਨੂੰ ਇਹ ਨਹੀਂ ਪਤਾ ਕਿ ਮਾਇਆ ਦਾ ਕਰੀਏ ਕੀ, ਤੇ ਉਹ ਐਸ਼ੋ ਇਸ਼ਰਤਾਂ ਵਿੱਚ ਛੁਰਲੀਆਂ ਡਾਈ ਜਾਂਦੇ। ਇਸ ਤਰ੍ਹਾਂ ਇਹ ਸਾਰਾ ਕਰਮ ਫਲ ਹੈ। ਜਿਹੋ ਜੇ ਹੁਣ ਕੋਈ ਕਰਮ ਕਰੂ, ਜੇ ਮਾਇਆ ਬਹੁਤ ਆ ਗਈ, ਜੇ ਤਾਂ ਕੋਈ ਚੰਗਾ ਕੰਮ ਕਰ ਲੂਗਾ ਉਹਦੇ ਨਾਲ ਤਾਂ ਫਿਰ ਅੱਗੇ ਵੀ ਠੀਕ ਹੈ, ਜੇ ਮਾੜੇ ਕਰ ਲੂ ਫਿਰ ਉਹੋ ਜਿਹਾ ਕੁਛ ਹੀ ਹੋ ਜੂ। ਇਹ ਕਹਿਣ ਦਾ ਭਾਵ ਹੈ ਕਿ ਸਾਰਾ ਕੁਝ ਹੀ ਹੈ ਨਾ। ਹੁਣ ਉਹ ਸੰਤ ਬਰਿਆਮ ਸਿੰਘ ਜੀ ਰਤਵਾੜੇ ਵਾਲਿਆਂ ਦੇ ਜੀਵਨ 'ਚ ਇੱਕ ਗੱਲ ਆਉਂਦੀ ਹੈ ਕਿ ਇਸ ਤਰ੍ਹਾਂ ਉਹ ਦੱਸਦੇ ਨੇ, ਜਿਹੜੇ ਸਿੰਘ ਕੋਈ ਦੱਸਦੇ ਸੀ ਕਿ ਭਾਈ ਉਹ ਸੰਤ ਬੈਠੇ ਸਨ, ਕੋਈ ਭਿਖਾਰੀ ਮੰਗਤਾ ਜਾਂਦਾ ਸੀ ਤੁਰਿਆ, ਤੇ ਉਹ ਵੇਖ ਕੇ ਹੱਸ ਪਏ। ਤੇ ਜਿਹੜੇ ਹੁਣ ਕੋਲੇ ਬੈਠੇ ਉਹਨਾਂ ਨੂੰ ਗੱਲ ਬੁਰੀ ਲੱਗੀ ਕਿ ਸੰਤ ਭਿਖਾਰੀ ਨੂੰ ਵੇਖ ਕੇ ਹੱਸ ਪਏ। ਹੁਣ ਉਹ ਤਾਂ ਭਿੱਖਿਆ ਮੰਗਤਾ ਹੈ, ਮੰਗਣ ਜਾ ਰਿਹਾ, ਉਹਨੂੰ ਹੱਸੇ ਨੇ ਦੇਖ ਕੇ। ਤੇ ਸ਼ੰਕਾ ਜਿਹਾ ਮਨ ਵਿੱਚ ਹੋਇਆ, ਪੁੱਛ ਲਿਆ, ਕਹਿੰਦੇ ਸੰਤ ਮਹਾਂਪੁਰਸ਼ੋ ਵੀ ਸਾਨੂੰ ਬੜਾ ਇਸ ਗੱਲ ਨੂੰ ਹੋ ਰਹੀ ਆਓ ਲੱਗਿਆ ਹੈ, ਦੁੱਖ ਲੱਗਿਆ ਕਿ ਤੁਸੀਂ ਇੱਕ ਮੰਗਤੇ ਨੂੰ ਵੇਖ ਕੇ ਹੱਸ ਪਏ ਹੋ। ਉਹ ਕਹਿੰਦੇ ਭਾਈ ਅਸੀਂ ਇਹਨੂੰ ਇਸ ਕਰਕੇ ਨਹੀਂ ਹੱਸੇ ਕਿ ਮੰਗਦਾ ਅਸੀਂ ਹੱਸੇ ਤਾਂ ਹੈ ਕਿ ਪਿਛਲੇ ਜਨਮ ਦੇ ਵਿੱਚ ਇੱਕ ਬਹੁਤ ਵੱਡਾ ਇਹ ਅਫੀਸਰ ਸੀ, ਪਰ ਅਫੀਸਰ ਸੀ ਰਿਸ਼ਵਤਖੋਰ। ਇੱਕ ਤਾਂ ਹੁੰਦੇ ਨੇ ਚੰਗੇ ਜਿਹੜੇ ਆਪਣਾ ਕਰਮ ਧਰਮ ਮੰਨਦੇ ਆ ਕਿ ਸਾਡੀ ਡਿਊਟੀ ਹੈ ਔਰ ਅਸੀਂ ਇਹ ਕਰਮ ਕਰਨਾ ਹੈ, ਤੇ ਨਹੀਂ ਤਾਂ ਅੱਜ ਕੱਲ ਹੁਣ ਆਪਾਂ ਸਾਰੀ ਪੀੜਤ ਹਾਂ ਇਸ ਗੱਲ ਤੋਂ, ਦੁਖੀ ਹੈ ਕਿ ਤੋਂ ਕੋਈ ਮੁਨਕਰ ਨਹੀਂ ਹੋ ਸਕਦਾ। ਉਹ ਗੱਲ ਵੱਖਰੀ ਹੈ ਕਿ ਇਹਨੂੰ ਹਰ ਇੱਕ ਕਹਿੰਦਾ ਨਹੀਂ ਹੈ ਕਿ ਕਿਤੇ ਕੋਈ ਮੁਲਾਜ਼ਮ ਗੁੱਸੇ ਹੀ ਨਾ ਹੋ ਜਾਣ, ਪਰ ਇਹ ਗੱਲ ਤਾਂ ਹੁਣ ਘਰ ਕੀਤੀ ਪਈ। ਆਪਣੇ ਦੇਸ਼ ਦਾ ਹਾਲ ਤਾਂ ਰਿਸ਼ਵਤਖੋਰੀ ਨੇ ਦੇਸ਼ ਤਬਾਹ ਕੀਤਾ ਪਿਆ। ਇਹ ਤੋਂ ਬਚਿਆ ਕੋਈ ਬਿਰਲਾ ਹੈ। ਜੰਗਲ ਨੂੰ ਜਿਵੇਂ ਅੱਗ ਲੱਗ ਜਾਂਦੀ ਹੈ ਤੇ ਦਾਵਾ ਅਗਨ ਬਹੁਤ ਤ੍ਰਿਣ ਜਾਲੇ, ਕੋਈ ਹਰਿਆ ਬੂਟ ਰਹੋ ਜੀ। ਹਾਂ ਕੋਈ ਕਿਤੇ ਮਿਲਦਾ, ਫਿਰ ਲੋਕ ਉਹਦੀ ਵਡਿਆਈ ਕਰਦੇ ਆ ਵੀ ਫਲਾਣੇ ਮਹਿਕਮੇ 'ਚ ਇੱਕ ਅਫਸਰ ਹੈ ਫਲਾਣਾ, ਉਹ ਬਹੁਤ ਚੰਗਾ। ਇਹਦਾ ਮਤਲਬ ਹੈ ਕਿ ਕੋਈ ਬਿਰਲੇ ਨੇ। ਇਹ ਧਰਮ ਦੀ ਦੁਨੀਆ ਵਿੱਚ ਵੀ ਇਹੀ ਹੁੰਦਾ, ਕਰਮ ਧਰਮਾਂ ਵਿੱਚ ਫਸੀ ਹੋਈ, ਕਰਮ ਕਾਂਡਾਂ ਵਿੱਚ ਫਸੀ ਦੁਨੀਆ ਬਥੇਰੀ ਮਿਲ ਜੂ। ਹੈਨ ਬਿਰਲੇ ਨਾਹੀ ਘਣੇ ਫੈਲ ਫੱਕੜ ਸੰਸਾਰ। ਨਾਮ ਜਪਣ ਵਾਲੇ ਗੁਰਮੁਖ ਤਾਂ ਬਿਰਲੇ ਨੇ। ਇਸ ਕਰਕੇ ਕਹਿੰਦੇ ਭਾਈ ਫਿਰ ਉਹ ਸੰਸਕਾਰ ਬਣ ਗਏ, ਹਰੇਕ ਤੋਂ ਕੁਛ ਨਾ ਕੁਛ ਮੰਗਦਾ ਸੀ। ਹੁਣ ਆਪਾਂ ਦੇਖਦੇ ਹੀ ਹਾਂ ਹਾਲਾਤ ਕੀ ਹੈ ਦੇਸ਼ ਦੇ। 70 ਹਜ਼ਾਰ ਰੁਪਇਆ, 80 ਹਜ਼ਾਰ ਰੁਪਇਆ ਮਹੀਨੇ ਦੀ ਤਨਖਾਹ ਲੈਣ ਵਾਲੇ, 300 ਰੁਪਇਆ ਦਿਹਾੜੀ ਲਾਉਣ ਵਾਲੇ ਨੂੰ ਕਹਿੰਦੇ ਨੇ ਜੇ ਕੋਈ ਕੰਮ ਕਰਾਉਣ ਚਲੇ ਜਾਵੇ ਦੱਸ ਦੇਵੇਂਗਾ ਕੀ। ਇੱਥੇ ਹੈਰਾਨੀ ਹੋ ਜਾਂਦੀ ਹੈ। ਤੇ ਉਹ ਵਿਚਾਰਾ ਨਾਲੇ ਹੱਥ ਬੰਨ੍ਹਦਾ ਤੇ ਨਾਲੇ ਆਪਣਾ ਕਾਰਜ ਕਰਾਉਣਾ ਹੁੰਦਾ, ਨਾਲੇ ਗੇੜੇ ਮਾਰਦਾ, ਫਿਰ ਨਾਲੇ ਮਾਇਆ ਦਿੰਦਾ, ਸਭ ਕੁਛ। ਤੇ ਇਹ ਹਾਲਾਤ ਹੈ। ਕਹਿੰਦੇ ਭਾਈ ਇਹਨੂੰ ਆਦਤ ਸੀ ਇੰਨੀ, ਹੌਲੀ ਹੌਲੀ ਉਹ ਸੰਸਕਾਰ ਗਹਿਰੇ ਹਿਰਦੇ 'ਚ ਵਸ ਗਏ ਮੰਗਣ ਦੇ।
ਤੇ ਅਗਲਾ ਜਨਮ ਫਿਰ ਮੰਗਤੇ ਦਾ ਮਿਲਿਆ। ਭਗਵਾਨ ਨੇ ਕਿਹਾ ਤੈਨੂੰ ਆਦਤ ਸੀ ਨਾ ਮੰਗਣ ਦੀ, ਚੱਲ ਫਿਰ ਜਨਮ ਧਾਰ ਤੇ ਲੋਕਾਂ ਤੋਂ ਹੁਣ ਮੰਗ ਕੇ ਖਾ, ਤੈਨੂੰ ਪਤਾ ਲੱਗ ਜੇ ਮੰਗਣਾ ਕਿੰਨਾ ਔਖਾ ਹੈ। ਤੇ ਮੰਗਤਾ ਹੁੰਦਾ ਉਹਨੂੰ ਕੋਈ ਗੁਰਮੁਖੋ ਸਤਕਾਰ ਤਾਂ ਨਹੀਂ ਕੋਈ ਕਰਦਾ, ਕੋਈ ਕਿੰਨਾ ਕੁਛ ਮੂੰਹੋਂ ਬੋਲ ਕਰਕੇ ਫਿਰ ਕਿਤੇ ਕੋਈ ਥੋੜਾ ਬਹੁਤਾ ਮਿਲਦਾ ਹੈ। ਇਹ ਹਾਲਾਤ ਇਸ ਤਰ੍ਹਾਂ ਦੇ ਨੇ। ਮਹਾਰਾਜ ਕਹਿੰਦੇ ਜੇ ਕਰਮਨ ਕਾ ਫਲ ਕੁਛ ਨਾਹੀ, ਤਾਰ ਤਮ ਕਿਉਂ ਲੋਗਨ ਮਾਹੀ। ਛੋਟੇ ਵੱਡੇ ਲੋਕਾਂ ਵਿੱਚ ਫਿਰ ਦੱਸੋ ਕਿਉਂ ਹਨ। ਗੁਰ ਕੇ ਬਚਨ ਬਾਨ ਰਘੁਬਰ ਕੀ। ਐਸੇ ਗੁਰੂ ਨਾਨਕ ਦੇ ਮਹਾਰਾਜ ਦੇ ਬਚਨ ਭਗਵਾਨ ਰਾਮਚੰਦਰ ਦੇ ਤੀਰਾਂ ਵਰਗੇ। ਵੇਦ ਗਏ ਉਨ ਕੇ ਔਰ ਚਰ ਕੇ। ਉਹਨਾਂ ਦੇ ਹਿਰਦੇ ਨੂੰ ਬਿੰਨ ਗਏ ਚੱਲ ਕਰਕੇ। ਜਦੋਂ ਮਹਾਰਾਜ ਨੇ ਸ਼ਬਦਾਂ ਦੇ ਬਾਣ ਮਾਰੇ ਤਾਂ ਭਾਈ ਉਹਨਾਂ ਦੇ ਹਿਰਦੇ ਨੂੰ ਜਿਹੜਾ ਹੈ ਉਹ ਬਿੰਨ ਕੇ ਰੱਖ ਦਿੱਤਾ। ਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਇਉਂ ਉਹਨਾਂ ਨੂੰ ਉਪਦੇਸ਼ ਦਿੰਦੇ ਹਨ। ਸਿੱਖ ਹੋਏ ਸਤਨਾਮ ਗਹਿ ਕੈ। ਤੇ ਉਹ ਸਾਰੇ ਸਿੱਖ ਬਣ ਗਏ, ਗੁਰੂ ਮਹਾਰਾਜ ਜੀ ਦੇ ਸੱਚੇ ਨਾਮ ਨੂੰ ਗ੍ਰਹਿਣ ਕਰਕੇ ਗਏ ਗੁਰੂ ਕੋ ਬੰਧਨ ਕਹਿ ਕੈ। ਗੁਰੂ ਮਹਾਰਾਜ ਜੀ ਨੂੰ ਬੰਦਨਾ ਕਰਦੇ, ਨਮਸਕਾਰਾਂ ਕਰਦੇ ਹੋਏ ਵਾਪਸ ਗਏ ਹਨ। ਦੋਹਰਾ ਸਾਖੀ ਆਏ ਬਖਾਨਿਓ, ਜਗ ਕਾਰਨ ਪ੍ਰਧਾਨ। ਹੁਣ ਜਗਤ ਦਾ ਰਚਣ ਦਾ ਕਾਰਨ ਪ੍ਰਕਿਰਤੀ ਜੋ ਹੈਗੀ ਹੈ ਕਿਸੇ ਤੋਂ ਬਣੀ ਹੈ, ਜਿਹਨੇ ਸਾਰੀਆਂ ਵਸਤੂਆਂ ਜਿਹਦੇ ਤੋਂ ਬਣੀਆਂ ਨੇ। ਇਸ ਕਰਕੇ ਰਜੋ ਸਤੋ ਤੇ ਤਮੋ ਆਦਿਕ ਤਿੰਨ ਗੁਣਾਂ ਦੀ ਇਹ ਸਮ ਅਵਸਥਾ ਰੂਪ ਹੈ। ਸਾਖੀ ਆਏ ਬਖਾਨਨੋ, ਜਗ ਕਾਰਨ ਪ੍ਰਧਾਨ। ਤੇ ਇਹ ਜਗਤ ਦਾ ਜੋ ਮੁੱਖ ਕਾਰਨ ਪ੍ਰਧਾਨ ਹੈ। ਆਤਮ ਸਦਾ ਅਸੰਗ ਹੈ, ਸੁਰਤ ਸਿਮਰਤ ਕਹਿ ਜਾਨ। ਮਹਾਰਾਜ ਕਹਿਣ ਲੱਗੇ ਕਿ ਇਹ ਇੱਕ ਸਾਖੀ ਜਿਹੜਾ ਹੈ ਉਹ ਦੇਖਦਾ ਜਗਤ ਦਾ ਕਾਰਨ ਜਿਹੜਾ ਹੈ। ਤੇ ਆਤਮ ਸਦਾ ਅਸੰਗ ਹੈ, ਜਿਹੜੀ ਆਤਮਾ ਹੈ ਉਹ ਸਰੀਰ ਤੋਂ ਸਦਾ ਨਿਰਲੇਪ ਹੈ। ਸੁਰਤ ਸਿਮਰਤ ਕਹਿ ਜਾਨ। ਸੁਰਤ ਵੇਦ ਸਿਮਰਤੀਆਂ ਇਹ ਸਾਰਾ ਉਹ ਵੀ ਇਸ ਤਰ੍ਹਾਂ ਕਹਿੰਦੀਆਂ ਹਨ, ਜਾਣ ਲਵੋ ਚੌਪਈ ਤਾਂ ਕਿ ਹਮ ਉਪਾਸਨਾ ਕਰ ਹੈ। ਅਸੀਂ ਤੇ ਉਸ ਦੀ ਉਪਾਸਨਾ ਕਰਦੇ ਹਾਂ। ਪਰਤੇ ਰੂਪ ਵਿਚਰ ਹੈ, ਜਿਹੜਾ ਪਰੇ ਤੋਂ ਪਰੇ ਹੈ, ਜਿਹਦਾ ਕੋਈ ਅੰਤ ਨਹੀਂ ਹੈ। ਐਸਾ ਜੋ ਰੂਪ ਹੈ ਜਹ ਸੁਨ ਬੋਲੇ ਗੁਰ ਪਰਬੀਨਾ। ਕਿਉਂ ਭਾਈ ਇਸ ਤਰ੍ਹਾਂ ਸੁਣ ਕਰਕੇ ਸਤਿਗੁਰੂ ਮਹਾਰਾਜ ਪ੍ਰਬੀਨ ਕਹੀਏ ਸਿਆਣੇ। ਸਤਿਗੁਰੂ ਜੀ ਨਿਪੁੰਨ ਸਤਿਗੁਰੂ ਕਾ ਮਹਾਰਾਜ ਨੇ ਕਿਹਾ ਹੈ ਪ੍ਰਕਿਰਤੀ ਪੁਰਖ ਅਧੀਨਾ। ਉਹ ਹੁਣ ਕਿਉਂਕਿ ਪ੍ਰਕਿਰਤੀ ਤੱਕ ਖੜੇ ਸਨ। ਮਹਾਰਾਜ ਕਹਿੰਦੇ ਜਿਹੜੀ ਪ੍ਰਕਿਰਤੀ ਹੈ ਇਹ ਪੁਰਖ ਦੇ ਅਧੀਨ ਹੈ। ਪੁਰਖ ਕੌਣ ਹੈ? ਅਕਾਲ ਪੁਰਖ ਈਸ਼ਵਰ ਦੇ ਅਧੀਨ ਹੈ। ਮਾਇਆ ਪ੍ਰਕਿਰਤੀ ਜੜ ਅਹੇ। ਇਹ ਜਿਹੜੀ ਮਾਇਆ ਪ੍ਰਕਿਰਤੀ ਹੈ ਜੜ ਰੂਪ ਹੈ। ਤਾਂ ਕੋ ਕਿਮ ਕਾਰਨ ਤੂੰ ਕਹੇ। ਕਿਉਂਕਿ ਉਹ ਮੰਨਦੇ ਇਸ ਤਰ੍ਹਾਂ ਹੀ ਨੇ ਕਿ ਜਿਵੇਂ ਦੀਵੇ ਤੋਂ ਜੀਵਾ ਜਾਗਿਆ, ਇਸੇ ਤਰ੍ਹਾਂ ਕਿ ਸੰਸਾਰ ਦਾ ਵਾਧਾ ਹੋਈ ਜਾਂਦਾ। ਇਹ ਪ੍ਰਕਿਰਤੀ ਨੂੰ ਮੁੱਖ ਮੰਨਦੇ ਆ ਬੁੱਧ ਧਰਮ ਵਾਲੇ। ਮਹਾਰਾਜ ਕਹਿਣ ਲੱਗੇ ਵੀ ਇਹ ਮਾਇਆ ਪ੍ਰਕਿਰਤੀ ਜੜ ਹੈ ਤੇ ਤੁਸੀਂ ਇਹਨਾਂ ਨੂੰ ਕਾਰਨ ਰੂਪ ਕਿਵੇਂ ਕਹਿ ਸਕਦੇ ਹੋ ਕਿ ਜਗਤ ਦਾ ਇਹ ਕਾਰਨ ਹੈ। ਤਾਂ ਕੋ ਕਿਮ ਕਾਰਨ ਤੂੰ ਕਹੇ। ਕਿਵੇਂ ਤੂੰ ਕਹਿੰਦਾ ਹੈ ਜੇ ਜੜ ਮਾਇਆ ਜਗ ਉਪਜਾਵੇ। ਜੇ ਜਿਹੜੀ ਜੜ ਰੂਪ ਮਾਇਆ ਜਗਤ ਨੂੰ ਪੈਦਾ ਕਰਦੀ, ਤੋ ਕਿਉਂ ਪਾਹਨ ਨਹਿ ਉਠ ਧਾਵੇ। ਤਾਂ ਫਿਰ ਇਹ ਦੱਸੋ ਵੀ ਪੱਥਰ ਜਿਹੜਾ ਹੈ ਉਹ ਫਿਰ ਉੱਠ ਕੇ ਕਿਉਂ ਨਹੀਂ ਚੱਲਦਾ? ਉਹ ਭੱਜਦਾ ਨੱਠਦਾ ਕਿਉਂ ਨਹੀਂ? ਜਿੱਥੇ ਪਿਆ ਉੱਥੇ ਹੀ ਪਿਆ ਹੈ। ਸਤ ਚਿਤ ਆਨੰਦ ਈਸ਼ਵਰ ਜੋਈ। ਜੋ ਈਸ਼ਵਰ ਭਗਵਾਨ ਹੈ ਸਤ ਚਿਤ ਆਨੰਦ ਸਰੂਪ। ਜਗ ਕਾਰਨ ਸੁਰਤ ਭਾਖਤ ਸੋਈ। ਸਾਰੇ ਵੇਦ ਸ਼ਾਸਤਰ ਕਹਿੰਦੇ ਨੇ ਕਿ ਉਹ ਭਗਵਾਨ ਅਕਾਲ ਪੁਰਖ ਈਸ਼ਵਰ ਜੋ ਹੈ ਉਹ ਜਗਤ ਦਾ ਕਾਰਨ ਹੈ। ਤਾਹੀ ਕੋ ਤੁਮ ਨਿਸ ਦਿਨ ਧਿਆਵੋ।
महाराज जी कहते भाई उसे नूं ही तुसीं निस दिन रात उस अकाल पुरख परमात्मा का ध्यान करो, ओदा सिमरन करो, ओनू त्यागो। सतनाम जप ब्रह्म समावो, उस वाहिगुरु दा सच्चा नाम जप के उस ब्रह्म दे विच समा जावो। साखी सिख होए कर गए, इउं सतगुरु सच्चे पातशाह महाराज जी ने ये जिन्ने सांख मत वाले सन, क्योंकि इत्थे कई मत जिवें बोधी आए, सांख मत वाले आए, सांख सिख होए कर गए, सांख वाले भी सिख हो गए। साखी आए बखानेओ जग कारण प्रधान, ये जिहड़ा दोहरे तो गल चली सी, इनू फिर एक वारी समझ लो कि गल की है। जिहड़े सांखी सांख मत वाले सी वो कहंदे हन कि जग कारण प्रधान, वो महाराज नू कहंदे जिहड़ी प्रकृति है यही जगत दे रचण दा कारण है। आत्म सदा असंग है, सुत श्रुत सिमरत कह जान, आत्मा निर्लेप है, सुरतियां सिमरतियां ये गल कहनी है ताकि हम उपासना कर है। इस करके असी इन्हां वेदां शास्त्रां दी उपासना जां असी वो आत्म दी जिहड़ा है असंग है उहदी उपासना करदे हैं। पर ते रूप विचार है जह सुन बोले गुर प्रवीणा। गुरु महाराज ने फिर उन्होंने कहा भाई ये माया प्रकृति जड़ स्वरूप है, जे तुसी कहने हो कि माया जिहड़ी है यही जगत नूं पैदा कर दिया है, माया जड़ है, तां फिर दसो पत्थर उठ के तुरदा क्यों नहीं है, पत्थर गल क्यों नहीं करदा है। जग कारण सुरत भागत की कहंदे ने, जो सचेत आनंद परमेश्वर है ਉਹੀ जगत का कारण है, उसका नाम जपो। सांखी सिख होए कर गए, सांख मत वाले भी गुरु महाराज दे सिख हो के गए। कापल आए बोलते भये, फिर कपल मुनि दे चेले हन, वो कपल दे चेले जड़े ने वो आके आए, जड़े इस तरह ये कह लो कि पतंजलि जड़े सन वो योग शास्त्र दा करता पतंजलि ऋषि है ते कपल शाख मत दा करता है। असल विच सांखी है, इत्थे ये मन के चलना कि पतंजलि आए ने, योग शास्त्र दा नहीं है। कपल जिहड़ा शाख मत दा करता है, पतंजलि ऋषि योग शास्त्र दा करता है। पहला जिहड़ा है कापलियां दी गल आ गई, कपल दे चेलियां सांखियां दी। हुण ये कह लईए कि जिहड़े पतंजलि दे चेले योग शास्त्र वाले आ वो आके कहण लगे मत हमार साचो सुखदाई। कहंदे महाराज जिहड़ा साडा मत है ना ये सच्चा है, ये सुखदाई सुख देण वाला है। मुकत भुगत दा बेद बताई, इस करके भी इस मत नूं धारण कीते मुक्ति ते भुगति दी प्राप्ति हुंदी है। ये गल वेद कहंदे हन। खट चक्कर नर भेदै जोई, इस कहदे होना किवें आ, फिर वो दसन लगे पतंजलि वाले, जेड़े पतंजलि ऋषि दे चेले आ योग शास्त्र वाले। जोगियां ने 6 चक्कर मन्ने ने, एक मूलाधार चक्कर है गुदा स्थान है, एक भाई स्वादिस्वान चक्कर है उन्हों लिंग स्थान कहते, मणिपूरक चक्कर नाभि च है, अनाहत चक्कर हिरदे च है, विशुद्ध चक्कर कंठ दे विच है ते आग्या चक्कर जिहड़ा है वो भवट्टियां दे विच है। खट चक्कर नर भेदै जोई, जिहड़ा इन्हां 6 चक्रां नूं कोई भिन्न भेद बिनदा है, पै है मुकत न संशय कोई। महाराज नूं कहंदे वो मुक्ति प्राप्त कर लैंदा, इहदे विच कोई संशय वाली कोई शंके वाली गल नहीं है। खेचर मुंदरा नह जिन साधी, ये खेचर भी जोगियां दा है, हठ जोगियां दी धारना। इहदा एक तरीका है कि मालश कर करके खिच के जीभ इन्नी लम्मी कर लेंदे ने कि मुड़ के तालूए दे विच फसा लेंदे आ। जोगी इहो जिहा कुछ करदे हुंदे सी। जोगियां दा ख्याल है ये कि कंठ दे विच जीभ अड़ा के प्राण रोकण दे नाल मस्तक दे विच जो चंद्रमा स्थित है उत्थों अमृत टपकण लग जांदा है। ये जोगियां दी रसना उपर फिर आके डिगदा है। ऐसा कुछ जिहड़ा है जोग मत ना करदे सी ते ओनू कहंदे ने खेचर। खेचर पुंचर, खेचर मुद्रा नह जन साधी, जिन्हां ने खेचर मुद्रा नू नहीं साधिया है। अहं ब्रह्म बोलै बकबादी, ते ओ अहं ब्रह्म अस्मि
ਐਵੇਂ ਕਹਿੰਦੇ ਬਕਵਾਦ ਬੋਲਦੇ ਹਨ। ਤਾਸ ਜੀਭ ਛੇਦਨ ਕਰ ਡਰੀਏ, ਕਹਿੰਦੇ ਐਸੇ ਬੰਦਿਆਂ ਦੀ ਤਾਂ ਜੀਭ ਨੂੰ ਕੱਟ ਕੇ ਸੁੱਟ ਦੇਣਾ ਚਾਹੀਦਾ ਹੈ। ਜਾ ਮੈਂ ਨਹਿ ਕਿਛ ਦੋਖ ਵਿਚਰੀਏ, ਇਹ ਜੋਗੀਆਂ ਨੇ ਮੰਨਿਆ ਹੋਇਆ ਕਿ ਇਸ ਜਿਵੇਂ ਜਾ ਮੈਂ ਨਹਿ ਕਿਛ ਦੋਖ ਵਿਚਰੀਏ, ਜਿਵੇਂ ਨਾੜੀਆਂ ਨੇ ਖੱਬੀ ਨਾਸਕਾਂ ਤੋਂ ਲੈ ਕੇ ਕਰੋੜ ਦੇ ਸੱਜੇ ਪਾਸੇ ਦਿਮਾਗ ਤੱਕ ਪਹੁੰਚਣਾ, ਇਹਨੂੰ ਇੜਾ ਪਿੰਗਲਾ ਸੁਖਮਨਾ ਕਹਿੰਦੇ ਨੇ। 3 ਨਾੜੀਆਂ ਕਿਹਾ, ਇੱਕ ਇੜਾ ਨਾਸਕਾ ਤੋਂ ਦਿਮਾਗ ਤੱਕ ਜੋਗੀਆਂ ਦੀ ਕਲਪੀ ਹੋਈ ਇੱਕ ਨਾੜੀ ਹੈ, ਉਹ ਨੱਕ ਦੇ ਮੂਲ ਤੋਂ ਲੈ ਕੇ ਦਿਮਾਗ ਤੱਕ ਜਾਂਦੀ ਹੈ। ਇਹਦੇ ਖੱਬੇ ਪਾਸੇ ਇੜਾ ਤੇ ਸੱਜੇ ਪਾਸੇ ਪਿੰਗਲਾ ਹੈ। ਕਹਿੰਦੇ ਇਹਦੇ ਵਿੱਚ ਕੋਈ ਦੋਖ ਨਹੀਂ ਵਿਚਾਰਨਾ ਚਾਹੀਦਾ ਹੈ। ਇੜਾ ਪਿੰਗਲਾ ਸੁਖਮਨ ਸਾਧੇ, ਇਹ ਇੜਾ ਪਿੰਗਲਾ ਤੇ ਸੁਖਮਨਾ ਨਾੜੀ ਨੂੰ ਸਾਧ ਕੇ ਪੈ ਹੈ ਬ੍ਰਹਮ ਲੋਕ ਬਿਨ ਵਿਆਦੇ, ਬਿਨਾ ਰੋਗ ਤੋਂ ਵਿਆਦ ਕੀ। ਮੂਲ ਪਾਠ ਸੀ ਵਿਸ਼ ਤੇ ਪਰ ਇੱਥੇ ਜਿਹੜਾ ਹੈ ਬੈਨੀ ਜਿਹੜਾ ਸ਼ੁੱਧ ਹੈ, ਵਿਸ਼ ਅਸ਼ੁੱਧ ਪਾਠ ਹੈ। ਬਿਨ ਜਿਹੜਾ ਹੈ ਬ੍ਰਹਮ, ਪੈ ਹੈ ਬ੍ਰਹਮ ਲੋਕ ਬਿਨ ਵਿਆਦੇ, ਬਿਨਾ ਕਿਸੇ ਰੋਗਾਂ ਵਿਆਧੀ ਤੋਂ ਉਹ ਬ੍ਰਹਮ ਲੋਕ ਵਿੱਚ ਪੈ ਜਾਂਦੇ ਹਨ। ਸਤਿਗੁਰ ਕਹਿਓ ਭੇਦ ਨੇ ਚੱਕਰ, ਗੁਰੂ ਮਹਾਰਾਜ ਕਹਿਣ ਲੱਗੇ ਜੋਗੀਆਂ ਨੂੰ ਵੀ ਜਿਹੜੇ ਤੁਸੀਂ ਚੱਕਰ ਬੇਦਣੇ ਕਹਿੰਦੇ ਹੋ ਨਾ, ਇਹ ਜੋ ਹੈ ਅਬ ਨਹਿ ਸਮਾ ਕਰਨ ਜਹ ਬੱਕਰ, ਬੱਕਰ ਨਾਮ ਹੈ ਟੇਢੇ ਮੇਢੇ ਕਰਮਾਂ ਦਾ, ਇਹ ਕਠਿਨ ਸਾਧਨ ਕਰਨ ਦਾ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਭਾਈ ਇਹ ਹੁਣ ਸਮਾਂ ਨਹੀਂ ਹੈ। ਥਾ ਪਿਛਲੇ ਜੁਗਨ ਕਾ ਧਰਮ, ਇਹ ਤਾਂ ਪਿਛਲੇ ਯੁੱਗਾਂ ਦਾ ਧਰਮ ਸੀ। ਅਬ ਨਾਹਕ ਕਰਨੋ ਪ੍ਰੀ ਸ਼ਰਮ, ਹੁਣ ਕਹਿੰਦੇ ਭਾਈ ਬੇਅਰਥ ਹੈ ਇਹੋ ਜੀ ਮਿਹਨਤ ਕਰਨੀ, ਇਹੋ ਜਿਹਾ ਮੈਂ ਥਕਾਵਟ ਮਸ਼ੱਕਤਾਂ ਕਰਨੀਆਂ। ਪੁੰਨ ਜਾ ਕਾ ਫਲ ਬ੍ਰਹਮ ਲੋਕ ਹੋਇ, ਫਿਰ ਜਿਹਦਾ ਫਲ ਜਿਹੜਾ ਹੈ ਬ੍ਰਹਮ ਲੋਕ ਦੀ ਪ੍ਰਾਪਤੀ ਹੈ। ਜਾ ਮੈਂ ਅੰਤ ਅਤੇ ਅੰਤ ਸ਼ੋਕ ਹੈ, ਉਸ ਦੇ ਵਿੱਚ ਅਖੀਰ ਤੇ ਤਾਂ ਬਹੁਤ ਜ਼ਿਆਦਾ ਅਤਿਅੰਤ ਹੀ ਸੋਗ ਹੈ। ਪਰਲੇ ਕਾਲ ਲੋ ਤਹਾਂ ਰਹਾਵੇ, ਕਿ ਪਰਲੇ ਕਾਲ ਜਦੋਂ ਪਰਲੋ ਹੁੰਦੀ ਹੈ ਉਸ ਸਮੇਂ ਉਹ ਉੱਥੇ ਉਸ ਜਗ੍ਹਾ ਰਹਿੰਦਾ ਹੈ। ਪਰਲੇ ਬਾਦ 84 ਪਾਵੇ, ਮਹਾਰਾਜ ਕਹਿੰਦੇ 84 ਤਾਂ ਫੇਰ ਨਹੀਂ ਕੱਟੀ ਗਈ, ਪਰਲੋਂ ਤੋਂ ਬਾਅਦ ਫੇਰ ਜਦੋਂ ਸੰਸਾਰ ਦੀ ਰਚਨਾ ਹੋਈ ਫਿਰ 84 ਦੇ ਚੱਕਰ ਵਿੱਚ ਪਾ ਦਿੱਤਾ ਹੈ। ਬੜੇ ਕਸ਼ਟ ਤੈ ਸੁਖ ਹੈ ਥੋੜਾ, ਇਹ ਜਿਹੜਾ ਜੋਗ ਮਤ ਹੈ ਤੁਹਾਡੀਆਂ ਜਿਹੜੀਆਂ ਯੋਗ ਸਾਧਨਾ ਨੇ ਇਹਦੇ ਵਿੱਚ ਮਹਾਰਾਜ ਕਹਿੰਦੇ ਕਸ਼ਟ ਬਹੁਤਾ ਜ਼ਿਆਦਾ ਹੈ ਤੇ ਸੁੱਖ ਇਹਦੇ ਵਿੱਚੋਂ ਫਲ ਥੋੜਾ ਹੈ। ਬੁੱਧ ਜਨ ਕਰਤ ਪਸੰਦ ਨ ਭੋਰਾ, ਇਸ ਕਰਕੇ ਬੁੱਧੀਵਾਨ ਜਿਹੜੇ ਹਨ ਇਹਨੂੰ ਭੋਰਾ ਭਰ ਵੀ ਚੰਗਾ ਨਹੀਂ ਸਮਝਦੇ। ਤਾਂ ਤੇ ਨਾਮ ਭਗਤ ਹਰ ਗਿਆਨਾ, ਇਸ ਕਰਕੇ ਇਹਦੇ ਨਾਲੋਂ ਸ੍ਰੇਸ਼ਟ ਹੈ ਪਰਮੇਸ਼ਰ ਦਾ ਨਾਮ ਜਪਣਾ, ਭਗਤੀ ਕਰਨੀ, ਹਰੀ ਦੇ ਗਿਆਨ ਦੀ ਪ੍ਰਾਪਤੀ ਕਰਨੀ। ਕਲ ਮੈਂ ਦੇਤ ਸੁਖੈਨ ਕਲਿਆਣਾ, ਜੋ ਕਿ ਜੋਗੀਓ ਕਲਯੁਗ ਦੇ ਵਿੱਚ ਸੌਖਿਆਂ ਕਲਿਆਣਤਾ ਦਿੰਦਾ ਹੈ, ਸੌਖਿਆਂ ਮੁਕਤੀ ਦਿੰਦਾ ਹੈ। ਪਰਮਾਨੰਦ ਅਖੰਡ ਪਾਏ ਹੈ, ਪਰਮਾ ਆਨੰਦ ਮਹਾਨ ਉੱਤਮ ਆਨੰਦ ਨੂੰ ਅਖੰਡ ਇੱਕ ਰਸ ਉੱਤਮ ਅਖੰਡ ਜਿਹੜਾ ਹੈ ਉਹਦੀ ਪ੍ਰਾਪਤੀ ਹੁੰਦੀ ਹੈ। ਬੂੰਦ ਸਿੰਧ ਜਿਉ ਹਰ ਮਿਲਾਈ ਹੈ, ਜਿਵੇਂ ਬੂੰਦ ਸਮੁੰਦਰ ਵਿੱਚ ਮਿਲ ਕੇ ਸਮੁੰਦਰ ਦਾ ਰੂਪ ਹੋ ਜਾਂਦੀ ਹੈ, ਜੀਵ ਆਤਮਾ ਪ੍ਰਮਾਤਮਾ 'ਚ ਮਿਲ ਜਾਂਦੀ ਹੈ। ਚਿਤ ਨਿਰੋਧ ਜੋਗ ਸੁਰਤ ਗਾਵੇ, ਇਹ ਜਿਹੜਾ ਚਿੱਤ ਹੈ ਨਾ, ਮਨ ਦੇ ਫੁਰਨੇ ਹੈ, ਮਨ ਭਟਕਦਾ, ਇਹਨੂੰ ਰੋਕਣਾ ਹੀ ਜੋਗ ਹੈ। ਸੁਰਤ ਗਾਵੇ, ਇਹ ਗੱਲ ਵੇਦ ਕਹਿੰਦੇ ਹਨ। ਬ੍ਰਹਮ ਗਿਆਨ ਤੈ ਮੋਖ ਬਤਾਵੇ, ਤੇ ਬ੍ਰਹਮ ਗਿਆਨ ਦੀ ਪ੍ਰਾਪਤੀ ਹੋ ਜਾਣੀ, ਇਹ ਮੁਕਤੀ ਦੱਸਿਆ ਹੈ। ਕਾਮਾਦਿਕ ਭੇਦੈ ਖਟ ਚੱਕਰ, ਜਿਹੜੇ 5 ਕਾਮਾਦਿਕ ਵਿਕਾਰ ਨੇ ਤੇ 6ਵਾਂ ਖਟ ਜਿਹੜਾ ਮਨ ਹੈ, ਇਹ 6 ਚੱਕਰਾਂ ਨੂੰ ਕੋਈ ਭਾਵ ਮਨ ਨੂੰ ਰੋਕ ਲਵੇ ਤੇ 5 ਵਿਕਾਰਾਂ ਨੂੰ ਰੋਕ ਪਾ ਦੇਵੇ। ਇਹ ਅਸਲ ਵਿੱਚ 6 ਚੱਕਰ ਬਿੰਨਣੇ ਹਨ। ਜਾਂ ਤੈ ਪਰੈ ਭਾਰ ਭਵ ਬੱਕਰ, ਇਹਦੇ ਨਾਲ ਹੀ ਮਹਾਰਾਜ ਕਹਿੰਦੇ ਟੇਢੇ ਮੇਢੇ ਸੰਸਾਰੀ ਚੱਕਰ ਤੋਂ ਪਾਰ ਹੋ ਜਾਵੇਗਾ।
दोहरा होए खुशी का पल भये, जापक सब सतनाम। ਇਹ ਗੱਲ ਸੁਣ ਕੇ ਭਾਈ ਜੋਗ ਮੱਤ ਵਾਲੇ ਵੀ ਖੁਸ਼ ਹੋ ਗਏ ਤੇ ਸਾਰੇ ਸਤਨਾਮ ਵਾਹਿਗੁਰੂ ਜਾਪ ਜਪਣ ਲੱਗ ਪਏ। ਅਣਬਾਦੀ ਨੇ ਆਏ ਕੈ, ਨਿਜ ਮਤ ਕਹਿਓ ਤਮਾਮ। ਅਣਬਾਦੀ ਨਿਆਇਕ ਹੈ, ਅਣੂਆਂ ਤੋਂ ਫਿਰ ਨਿਆਇਕ ਮੱਤ ਵਾਲੇ ਨੇ, ਉਹ ਕਹਿੰਦੇ ਨੇ ਅਣੂਆਂ ਤੋਂ ਸ੍ਰਿਸ਼ਟੀ ਪੈਦਾ ਹੋਈ ਹੈ, ਇਹ ਗੱਲ ਮੰਨਦੇ ਨੇ। ਤੇ ਉਹ ਨਿਆਇਕ ਮੱਤ ਵਾਲੇ ਜਿਹੜੇ ਹਨ ਉਹਨਾਂ ਕਿਹਾ ਨਿਜ ਮਤ ਕਹਿਓ, ਸਾਰਿਆਂ ਨੇ ਕਿਹਾ ਜੋ ਸਾਡਾ ਮਤ ਨਿਆਇਕ ਮਤ ਹੈ। ਪੰਚ ਭੂਤ ਅਣਰੂਪ ਨਿਤ ਤਿਨੈ ਮਿਲਾਵੇ ਈਸ। ਇਉਂ ਪੰਜ ਤੱਤ, ਪੰਜ ਭੂਤ ਕਹੀਏ, ਪੰਜ ਤੱਤ ਅਣਰੂਪ ਅਣੂ ਰੂਪ ਨੇ। ਅਣੂ ਤੱਤਾਂ ਦਾ ਸਾਰਿਆਂ ਨੂੰ ਛੋਟਾ ਹਿੱਸਾ ਹੈ। ਤਿਨੈ ਮਿਲਾਵੇ ਈਸ, ਤੇ ਇਹਨਾਂ ਨੂੰ ਈਸ਼ਵਰ ਦੇ ਵਿੱਚ ਮਿਲਾਵੇ। ਭੁਲੈ ਕੀਨ ਚਾਹੈ ਜਬੈ, ਸਭ ਕੋ ਕਰੈ ਬਰਥੀਸ। ਪਰਲੈ ਕੀਨ ਚਾਹੈ ਜਬੈ, ਸਭ ਕੋ ਕਰੈ ਪ੍ਰਥੀਸ। ਤੇ ਜਦੋਂ ਉਹ ਸ੍ਰਿਸ਼ਟੀ ਰਚਦਾ ਹੈ, ਉਹ ਕਹਿੰਦੇ ਇਹ ਅਣੂਆਂ ਨੂੰ ਇਕੱਠੇ ਕਰ ਦਿੰਦਾ ਹੈ, ਇਹ ਸੰਸਾਰ ਰਚਿਆ ਜਾਂਦਾ ਜਦੋਂ ਅਣੂ ਇਕੱਠੇ ਹੁੰਦੇ। ਜਦੋਂ ਪਰਲੋ ਕਰਨੀ ਹੈ ਇਹਨਾਂ ਨੂੰ ਫਿਰ ਸਾਰਿਆਂ ਨੂੰ ਪਰਲੈ ਕੀਨ ਚਾਹੇ ਜਾਵੇ, ਜਦੋਂ ਪਰਲੋ ਕਰਨੀ ਚਾਹੁੰਦਾ ਹੈ ਤਾਂ ਸਾਰਿਆਂ ਨੂੰ ਭਾਈ ਪ੍ਰਥੀਸ ਕਰ ਦਿੰਦਾ, ਵੱਖਰੋ ਵੱਖਰਾ ਕਰ ਦਿੰਦਾ ਹੈ। ਚੌਪਈ ਦਰਬ ਗੁਣ ਕ੍ਰਮ ਸਮਾਨ ਬਸੇਖ। ਇੱਥੇ ਹੁਣ ਦੱਸਿਆ ਦਰਬ। ਦਰਬ ਦਾ ਅਰਥ ਹੈ ਧਰਤੀ, ਪਾਣੀ, ਅੱਗ, ਹਵਾ, ਆਕਾਸ਼, ਸਮਾਂ, ਦਿਸ਼ਾ, ਆਤਮਾ, ਮਨ। ਫਿਰ ਅੱਗੇ ਕਿਹਾ ਗੁਣ। ਗੁਣ ਕਿਹੜੇ ਹਨ? ਰੂਪ, ਰਸ, ਗੰਧ, ਸਪਰਸ਼, ਸੰਖਿਆ, ਪਰਿਮਾਣ, ਇਸ ਤਰ੍ਹਾਂ ਸੰਜੋਗ, ਵਿਭਾਗ, ਪਰਤ, ਅਪਰਤ, ਇਹ ਸਾਰੇ ਇਹੋ ਜਿਹੇ ਜਿੰਨੇ ਹਨ। ਧਰਮ, ਧਰਮ ਸੰਸਾਰਕ, ਦੁੱਖ ਸੁੱਖ, ਇੱਛਾ, ਦਵੈਸ਼, ਇਹ ਗੁਣ ਲਿਖੇ ਹੈ। ਕ੍ਰਮ, ਇਹ ਜਿਹੜੇ ਹਨ ਕਰਮ ਕਹਿ ਲੋ, ਕਰਮ ਆ ਗਏ। ਜਿਵੇਂ ਆਪਾਂ ਇਹਨਾਂ ਨੂੰ ਕਰਮ ਮੰਨਿਆ ਹੈ, ਇੱਕ ਤਾਂ ਉਤਪੇਖਣ, ਅਪਪੇਖਣ, ਇਸ ਤਰ੍ਹਾਂ ਦੇ ਕਰਮ, ਜਾਂ ਆਕੁੰਚਨ, ਪ੍ਰਸਾਰਨ, ਗਮਨ, ਇਹ ਮੰਨੇ ਹੋਏ ਨੇ ਵੱਖ-ਵੱਖ ਜਿਹੜੇ ਹੈ। ਜਿਵੇਂ ਆਪਾਂ ਇਹ ਜਿਹੜੇ ਮੱਤ ਦੀ ਗੱਲ ਕਰ ਰਹੇ ਹਾਂ, ਨਿਆਏ ਮੱਤ ਵਾਲਿਆਂ ਨੇ। ਸਮਾਨ ਨਾਮ ਹੈ ਜਾਤੀ ਔਰ ਪਰ। ਜਾਤੀ ਸਮਾਨੈ ਜਾਤੀ ਤੇ ਅਪਾਰ, ਪਰ ਤੇ ਅਪਰ। ਫਿਰ ਆ ਗਿਆ ਵਿਸ਼ੇਖ, ਵਿਸ਼ੇਸ਼ ਕਰਕੇ ਜਿੰਨੇ ਵੀ ਵੱਖ ਵੱਖ ਵੱਖਰਾਪਣ ਵਾਲੇ ਉਹਨੇ ਵਿਸ਼ੇਸ਼ ਤਰ੍ਹਾਂ ਦੇ ਪਦਾਰਥ, ਇਹ ਸਾਰਾ ਕੁਝ ਪੁਨ ਸਮਵਾਏ ਅਭਾਵ ਸੁਲੇਖ। ਸਮਵਾਏ ਕਹੀਏ ਜਿਹੜੇ ਕੁਝ ਉਪਦਾਨ ਕਰਨ ਵਾਲੇ ਕਾਰਜ, ਪਰਸਪਰ ਜਿਨ੍ਹਾਂ ਦਾ ਸੰਬੰਧ ਹੈ। ਅਭਾਵ ਸੁਵੇਖ, ਅਭਾਵ ਕਹੀਏ ਕਿਸੇ ਚੀਜ਼ ਦੀ ਹੋਂਦ ਦਾ ਨਾ ਹੋਣਾ, ਇਹ ਜਾਣ ਲਵੋ। ਸਪਤ ਪਦਾਰਥ ਸੋਧਨ ਜੋਈ, ਇਹ ਸੱਤੇ ਪਦਾਰਥਾਂ ਨੂੰ ਜਿਹੜਾ ਸੋਧ ਲੈਂਦਾ ਹੈ। ਨਿਆਇਕ ਮੱਤ ਵਾਲੇ ਕਹਿੰਦੇ ਮੁਕਤੀ ਅਹੇ ਨੀਕ ਮਮ ਸੋਈ, ਇਹ ਜਾਣੋ ਕਿ ਉਹਨਾਂ ਨੂੰ ਜਿਹੜੀ ਹੈ ਮੁਕਤੀ ਦੀ ਪ੍ਰਾਪਤੀ ਹੋ ਜਾਂਦੀ ਹੈ। ਨੀਕ ਮਮ ਸੋਈ, ਸਹੀ ਤੌਰ ਤੇ ਅਸੀਂ ਜਾਣਦੇ ਹਾਂ। ਆਪਾਂ ਕੱਲ ਨੂੰ ਇੱਥੋਂ ਗੱਲ ਸ਼ੁਰੂ ਕਰਾਂਗੇ, ਕਿਉਂਕਿ ਬੜੀ ਕਿਤੇ ਗੱਲ ਐਸੀ ਡੂੰਘੀ ਆ ਜਾਂਦੀ ਹੈ ਕਿ ਸੁਣਨ ਵਾਲਿਆਂ ਦੇ ਗੱਲ ਪੱਲੇ ਨਹੀਂ ਪੈਂਦੀ, ਗੱਲ ਹੋਈ ਕੀ ਜਾਂਦੀ ਹੈ। ਇਹ ਕਹਿਣ ਦਾ ਭਾਵ ਹੈ ਕਿ ਉਹਨਾਂ ਨੇ ਆਪਣੇ ਧਰਮ ਮੁਤਾਬਕ ਗੁਰੂ ਸਾਹਿਬ ਨੂੰ ਪ੍ਰਸ਼ਨ ਕੀਤੇ ਕਿ ਮਹਾਰਾਜ ਸਾਡਾ ਧਰਮ ਤਾਂ ਆਹ ਗੱਲ ਕਹਿੰਦਾ ਹੈ, ਤੇ ਗੁਰੂ ਮਹਾਰਾਜ ਉਹਨਾਂ ਨੂੰ ਫਿਰ ਪ੍ਰਮਾਤਮਾ ਦੇ ਨਾਮ ਦੀ ਭਗਤੀ ਔਰ ਗਿਆਨ ਦੀ ਮਹਿਮਾ ਦੱਸਦੇ ਨੇ। ਤੇ ਫਿਰ ਜਦੋਂ ਸਾਰੇ ਮੰਨ ਜਾਂਦੇ ਆ, ਵੱਖ-ਵੱਖ ਮੱਤਾਂ ਵਾਲੇ, ਉਹ ਨਮਸਕਾਰ ਕਰਦੇ ਨੇ ਵੀ ਮਹਾਰਾਜ ਤੁਸੀਂ ਠੀਕ ਕਹਿੰਦੇ ਹੋ। ਤੇ ਇੱਥੋਂ ਆਪਾਂ ਕੱਲ ਅੱਗੇ ਗੱਲ ਸ਼ੁਰੂ ਕਰ ਲਵਾਂਗੇ। ਹੁਣ ਸਮਾਪਤੀ ਦਾ ਟਾਈਮ ਹੋ ਗਿਆ, ਕਿਉਂਕਿ ਥੋੜਾ ਆਪਾਂ ਜਿਹੜਾ ਹੈ ਲੇਟ ਕਥਾ ਸ਼ੁਰੂ ਹੋਈ ਹੈ, ਇਸ ਕਰਕੇ ਉਹਦਾ ਲਾਈਟ ਦਾ ਸਿਸਟਮ ਜਿਹਾ ਹੋ ਗਿਆ ਸੀ। ਤੇ ਬਾਕੀ ਹੁਣ ਵਿਚਾਰ ਆਪਾਂ ਕੱਲ ਅੱਗੇ ਇਸੇ ਤਰ੍ਹਾਂ ਸਮਝਣ ਦੀ ਕੋਸ਼ਿਸ਼ ਕਰਾਂਗੇ। ਭੁੱਲ ਚੁੱਕ ਦੀ ਖਿਮਾ ਸਰਬੱਤ ਮਾਈ ਭਾਈ ਉਚਾਰਨ ਕਰੋ ਜੀ। ਵਾਹਿਗੁਰੂ ਨਾਮ ਜਹਾਜ਼ ਹੈ ਚੜੇ ਸੋਤਰੇ ਪਾਰ, ਜੋ ਸ਼ਰਧਾ ਕਰ ਸੇਵੰਦੇ ਗੁਰ ਪਾਰ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।